सत श्री अकाल, स्वागत है। गौरव शुक्ला मैं हां तुहाडे नाल हाज़र हां खबरां दा प्राइम टाइम लैके। ते प्राइम टाइम दे विच अज गल तकरार दी, गुड़ी सांझ दे विच नजर आ रही दरार दी। गल किसानां दी। जदों तो किसान जथेबंदियां दे वल्लों चोण अखाड़े दे विच नितरण दा ऐलान किया गया, उस समय तो ही किसान आगूआं दे वक्खो वखरे सुर वेखण नूं मिल रहे हैं। खास तौर ते उन्हां जथेबंदियां दे जिन्हां बारे संयुक्त समाज मोर्चे वल्लों दावा किया गया सी कि जल्द साडे नाल आके रल जाणगे, यानी 22 तो असीं 25 हो जांगे। हुण सवाल यह है कि आखिर हर गल ते सहमति दे नाल अगे वधण वाले किसान आगू हुण चोणां वेले या चोणां दे मुद्दे उत्ते एक राय क्यों नहीं बना पा रहे हैं? क्यों किसानां दे विचाले एक तकरार या दरार नजर आउंदी है? ते जिस तरह किसान आगूआं दे वल्लों बयान दिते जा रहे हैं ताकि सियासत च उतरन वाले किसानां नूं अपने ही साथियां दे विरोध दा सामना करना पै सकदा है। किसानां दे वल्लों दिते जा रहे या किते जा रहे विरोध विचाले यह भी मुद्दा उठ रहा है कि वाकई किसानी मसला जिसनूं लैके SKM बनिया या 32 किसान जथेबंदियां पंजाब दियां इकट्ठियां एक मंच दे उत्ते आईयां कि वह किसानी दा मुद्दा पिछे रह रहा है या पिछे हाशिए ते चला गया है। सवाल इस सब दे विचाले एक यह भी उठदा है कि संयुक्त समाज मोर्चा बनने दे नाल कि संयुक्त किसान मोर्चा कमजोर हो रहा है। खैर, जो अज की स्थिति है जिक्र उसका अज गल उसकी अज गल करांगे किसान वर्सेज जो सियासी किसान इस समय स्थिति नजर आ रही है। पच्ची दसंबर ਨੂੰ संयुक्त किसान मोर्चे अधीन 22 किसान जथेबंदियां ने चोण लड़न का ऐलान किया सी ਅਤੇ ਬਲਬੀਰ ਸਿੰਘ ਰਾਜੇਵਾਲ ਨੂੰ ਆਪਣਾ ਆਗੂ ਐਲਾਨਿਆ। ਪਰ ਜਥੇਬੰਦੀਆਂ ਦੇ ਇਸ ਫੈਸਲੇ ਦੇ ਖਿਲਾਫ ਪਹਿਲਾਂ ਉਗਰਾਹਾਂ ਧੜੇ ਅਤੇ ਫਿਰ ਹੁਣ ਕਿਰਤੀ ਕਿਸਾਨ ਯੂਨੀਅਨ ਨੇ ਇਸ ਦਾ ਵਿਰੋਧ ਕੀਤਾ ਅਤੇ ਸਲਾਹ ਦਿੱਤੀ ਹੈ ਕਿ 22 ਕਿਸਾਨ ਜਥੇਬੰਦੀਆਂ ਮੁੜ ਤੋਂ ਆਪਣੇ ਫੈਸਲੇ ਤੇ ਵਿਚਾਰ ਕਰਨ ਕਿਉਂਕਿ ਸਿਆਸਤ ਦੇ ਜ਼ਰੀਏ ਕਿਸਾਨਾਂ ਦੇ ਮਸਲੇ ਹੱਲ ਨਹੀਂ ਹੋ ਸਕਦੇ ਤੇ ਨਾ ਹੀ ਸਾਡੀ ਜਥੇਬੰਦੀ ਸੰਯੁਕਤ ਸਮਾਜ ਮੋਰਚੇ ਦਾ ਹਿੱਸਾ, ਬਲਕਿ ਅਸੀਂ ਤਾਂ ਉਸ ਤੋਂ ਅੱਗੇ ਜਾਂਦੇ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਉਹਨਾਂ ਨੂੰ ਜਿਹੜਾ ਉਹ ਚੋਣ ਵਾਲੇ ਪਾਸੇ ਉਤਰ ਰਹੇ ਆ ਆਪਣੀ ਇਸ ਪੋਜੀਸ਼ਨ ਨੂੰ ਮੁੜ ਵਿਚਾਰਨਾ ਚਾਹੀਦਾ ਤੇ ਵਾਪਸ ਜਿਹੜਾ ਹੈਗਾ ਉਹ ਆਉਣਾ ਚਾਹੀਦਾ। ਉਧਰ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਰਤੀ ਕਿਸਾਨ ਯੂਨੀਅਨ ਦੀ ਸਲਾਹ ਨੂੰ ਨਜ਼ਰਅੰਦਾਜ਼ ਕਰਦੇ ਹੋਏ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ, ਜਦਕਿ ਰੁੱਧੂ ਸਿੰਘ ਮਾਨਸਾ ਨੇ ਕਿਹਾ ਕਿ ਭਾਵੇਂ ਕੁਝ ਯੂਨੀਅਨਾਂ ਚੋਣ ਲੜਨ ਦੇ ਖਿਲਾਫ ਨੇ ਪਰ ਕਿਸਾਨੀ ਮੁੱਦਿਆਂ ਦੇ ਉਹ ਸਭ ਦੇ ਨਾਲ ਨੇ। साहब अपने साथी ने किरती किसान यूनियन ने भी कहा है कि ਜਿਹੜਾ ਸਿਆਸਤ ਚੋਣ ਦਾ ਫੈਸਲਾ ਵਾਪਸ ਲੈਣਾ ਚਾਹੀਦਾ, ਨਹੀਂ ਤਾਂ ਵਿਰੋਧ ਚੱਲਣਾ ਪਊਗਾ। ਕੀ ਕਹੋਗੇ? ਇਹ ਉਹਨਾਂ ਦੀ ਗੱਲ ਹੈ, ਤੁਸੀਂ ਮੈਨੂੰ ਮੇਰੇ ਨਾਲ ਰਿਲੇਟਡ ਸਵਾਲ ਪੁੱਛੋ। ਨਹੀਂ ਕੁਛ ਨਹੀਂ ਹੁੰਦਾ। ਜੱਟ ਦੇ 3-4 ਮੁੰਡੇ ਹੁੰਦੇ ਨੇ, ਕੋਈ ਅਫਸਰ ਲੱਗੇ ਤਾਂ ਕਿਤੇ ਹੋਰ ਕੰਮ ਤੇ ਲਾਏ ਹੋਏ ਨੇ, ਸਾਰੇ ਇੱਕੋ ਥਾਂ। ਮੇਰੀ ਇੱਕ ਗੱਲ ਸੁਣ ਲਓ, ਵੋਟਾਂ ਜਿੱਤੀਏ ਹਾਰੀਓ ਗਾਹ ਵਾਲੀ ਗੱਲ ਹੈ। ਸਾਡੇ ਸਵੇਰੇ ਉਹਨਾਂ ਸਾਥੀਆਂ ਦੇ ਕੋਈ ਸਰਕਾਰ ਐਕਸ਼ਨ ਕਰਦੇ, ਸਾਰਾ ਕੰਮ ਇੱਥੇ ਵਿਚਾਲੇ ਛੱਡ ਕੇ ਜਾਵਾਂਗੇ, ਉੱਥੇ ਲੜਾਂਗੇ ਜਾ ਕੇ। 22 ਕਿਸਾਨ ਜਥੇਬੰਦੀਆਂ ਨੇ ਜਦੋਂ ਸੰਯੁਕਤ ਕਿਸਾਨ ਮੋਰਚੇ ਦੇ ਬੈਨਰ ਅਧੀਨ ਚੋਣ ਲੜਨ ਦਾ ਐਲਾਨ ਕੀਤਾ ਸੀ ਤਾਂ ਅਕਾਲੀ ਦਲ BJP ਅਤੇ ਕਾਂਗਰਸ ਦੇ ਨਾਲ ਗੱਠਜੋੜ ਤੋਂ ਸਾਫ਼ ਇਨਕਾਰ ਕੀਤਾ ਗਿਆ, ਪਰ ਆਮ ਆਦਮੀ ਪਾਰਟੀ ਦੇ ਨਾਲ ਸਮਝੌਤੇ ਦੇ ਵੱਲ ਇਸ਼ਾਰਾ ਜ਼ਰੂਰ ਕੀਤਾ। ਪਰ ਆਮ ਆਦਮੀ ਪਾਰਟੀ ਹੁਣ ਤੱਕ 117 ਦੇ ਵਿੱਚੋਂ 96 ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ। ਅਜੇ ਦੇ ਵਿੱਚ ਆਪ ਤੇ ਸੰਯੁਕਤ ਕਿਸਾਨ ਮੋਰਚੇ ਦੇ ਵਿਚਾਲੇ ਹੁਣ ਸਮਝੌਤਾ ਮੁਸ਼ਕਿਲ ਲੱਗ ਰਿਹਾ। ਅਜਿਹੇ ਦੇ ਵਿੱਚ ਸਵਾਲ ਇਹ ਉੱਠਦਾ ਹੈ ਕਿ ਜੇਕਰ ਕਿਸਾਨ ਇਕੱਲੇ ਚੋਣ ਲੜਦੇ ਨੇ ਤਾਂ ਇਸ ਦਾ ਨੁਕਸਾਨ ਕਿਸ ਨੂੰ ਹੋਵੇਗਾ? ਪੇਂਡੂ ਵੋਟ ਦੀ ਵਜ੍ਹਾ ਕਰਕੇ ਸਭ ਤੋਂ ਵੱਧ ਨੁਕਸਾਨ ਅਕਾਲੀ, ਕਾਂਗਰਸੀ ਅਤੇ ਆਪ ਨੂੰ ਹੋ ਸਕਦਾ ਹੈ, ਜਦਕਿ BJP ਲਈ ਇਹ ਸਿਆਸੀ ਫਾਇਦਾ ਸੌਦਾ ਸਾਬਿਤ ਹੋ ਸਕਦਾ ਹੈ। ਚੰਡੀਗੜ੍ਹ ਤੋਂ ਨਪਿੰਦਰ ਬਰਾੜ ਦੇ ਨਾਲ ਸਮਰਾਲਾ ਤੋਂ ਗੁਰਦੀਪ ਸਿੰਘ, ਨਿਊਜ਼ 18 ਪੰਜਾਬ। 22 ਜਥੇਬੰਦੀਆਂ ਨੇ ਫੈਸਲਾ ਕੀਤਾ ਕਿਉਂਕਿ ਪਿਛਲੇ ਤਾਂ ਜਿਸ ਮੁੱਦੇ ਉੱਤੇ ਹੀ ਗੱਲਬਾਤ ਕਰਾਂਗੇ, ਅਸੀਂ ਕੋਸ਼ਿਸ਼ ਅੱਜ ਇੱਕ ਵਾਰ ਫਿਰ ਤੋਂ ਕੀਤੀ ਹੈ ਕਿ ਅਸੀਂ ਸਿਆਸੀ ਆਗੂਆਂ ਨੂੰ ਜਾਂ ਕਹੀਏ ਕਿ ਜਿਹੜੇ ਨਵੇਂ ਸਿਆਸੀ ਆਗੂ ਬਣੇ ਨੇ ਸਿਰਫ ਉਹਨਾਂ ਨੂੰ ਹੀ ਸ਼ਾਮਲ ਕਰਾਂਗੇ ਤੇ ਕਿਸਾਨਾਂ ਦੇ ਮੁੱਦੇ ਉੱਤੇ ਕਿਸਾਨਾਂ ਦੇ ਨਾਲ ਹੀ ਗੱਲਬਾਤ ਹੋਵੇਗੀ। ਪੰਜਾਬ ਦੇ ਇਲੈਕਸ਼ਨ ਇਸ ਵਾਰ ਬਹੁਤ ਦਿਲਚਸਪ ਇਸ ਕਰਕੇ ਵੀ ਨਜ਼ਰ ਆ ਰਹੇ ਨੇ ਕਿਉਂਕਿ ਬਹੁਤ ਸਾਰੇ ਫਰੰਟ ਖੁੱਲਦੇ ਨਜ਼ਰ ਆਉਂਦੇ ਨੇ। ਇੱਕ ਪਾਸੇ ਕਾਂਗਰਸ ਹੈ, ਅਕਾਲੀ ਦਲ ਬਸਪਾ ਦਾ ਗਠਜੋੜ ਹੈ, ਆਮ ਆਦਮੀ ਪਾਰਟੀ ਹੈ, BJP ਕੈਪਟਨ ਢੀਂਡਸਾ ਇੱਕ ਮੰਚ ਦੇ ਉੱਤੇ ਨਜ਼ਰ ਆਉਣਗੇ, ਇੱਕ ਫਰੰਟ ਦੇ ਤੌਰ ਦੇ ਉੱਤੇ ਨਜ਼ਰ ਆਉਣਗੇ ਤੇ ਹੁਣ ਇੱਕ ਫਰੰਟ ਕਿਸਾਨ ਆਗੂਆਂ ਦਾ ਵੀ ਹੈ। ਜਿਸ ਤਰੀਕੇ ਨਾਲ ਉਹਨਾਂ ਨੇ ਐਲਾਨ ਕੀਤਾ, ਹਾਲਾਂਕਿ ਕਿਆਸ ਰਾਈਆਂ ਇਹ ਵੀ ਨੇ ਕਿ ਆਮ ਆਦਮੀ ਪਾਰਟੀ ਨਾਲ ਗਠਜੋੜ ਹੋ ਸਕਦਾ ਹੈ, ਪਰ ਉਸ ਦੇ ਉੱਤੇ ਕੁਐਸਚਨ ਮਾਰਕ ਇਸ ਕਰਕੇ ਵੀ ਹੈ ਕਿਉਂਕਿ ਆਮ ਆਦਮੀ ਪਾਰਟੀ ਆਪਣੀਆਂ 96 ਸੀਟਾਂ ਤਾਂ ਅਨਾਉਂਸ ਕਰ ਚੁੱਕੀ ਹੈ। ਤਾਂ ਜੇ ਗਠਜੋੜ ਹੋਏਗਾ ਤਾਂ ਫਿਰ ਕਿੰਨੀਆਂ ਸੀਟਾਂ ਤੇ ਜਿਹੜੀਆਂ ਬਾਕੀ ਬਚਦੀਆਂ ਨੇ ਉਹਨਾਂ ਦੇ ਉੱਤੇ ਹੀ ਹੋਏਗਾ ਜਾਂ ਕਿਸ ਤਰੀਕੇ ਨਾਲ ਉਹ ਗਠਜੋੜ ਹੋਏਗਾ? ਬਹੁਤ ਸਾਰੇ ਸਵਾਲ ਨੇ, ਪਰ ਅੱਜ ਅਸੀਂ ਜ਼ਿਕਰ ਕਰਨਾ ਹੈ
ਕਿ ਬਾਕੀ ਇਹ ਸਥਿਤੀ ਜੋ 1 ਮਹੀਨਾ ਪਹਿਲਾਂ ਤੱਕ ਜਾਂ ਕਹੀਏ ਕਿ 19 ਨਵੰਬਰ ਤੋਂ ਪਹਿਲਾਂ ਤੱਕ ਜਦੋਂ ਕਿਸਾਨ ਸੰਘਰਸ਼ ਜਾਰੀ ਸੀ, ਜਦੋਂ ਤੱਕ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਕੋਈ ਐਲਾਨ ਨਹੀਂ ਹੋਇਆ ਸੀ, ਉਸ ਸਮੇਂ ਤੱਕ ਜਿਹੜੀ ਇਕਜੁੱਟਤਾ ਕਿਸਾਨਾਂ ਦੇ ਵਿਚਾਲੇ ਨਜ਼ਰ ਆਉਂਦੀ ਸੀ, ਉਸ ਦੇ ਵਿੱਚ ਹੁਣ ਬਦਲਾਅ ਕਿਉਂ ਹੋ ਗਿਆ? ਸਾਡੇ ਨਾਲ ਮਹਿਮਾਨ ਜੁੜਨਗੇ। ਸਭ ਤੋਂ ਪਹਿਲਾਂ ਤੁਹਾਡਾ ਤਾਰੁਫ ਕਰਵਾਉਣਾ ਅੱਜ ਦੇ ਮਹਿਮਾਨਾਂ ਨਾਲ। ਜਿਹੜੇ ਮਹਿਮਾਨ ਸਾਡੇ ਨਾਲ ਜੁੜ ਰਹੇ ਨੇ, ਸਾਡੇ ਨਾਲ ਰਜਿੰਦਰ ਸਿੰਘ ਦੀਪ ਸਿੰਘ ਬਾਲਾ ਜੀ ਜੁੜ ਰਹੇ ਨੇ, ਸੀਨੀਅਰ ਮੀਤ ਪ੍ਰਧਾਨ ਨੇ ਕਿਰਤੀ ਕਿਸਾਨ ਯੂਨੀਅਨ ਦੇ, SKM ਨੂੰ ਰਿਪਰੈਜ਼ੈਂਟ ਕਰਨਗੇ। ਸਾਡੇ ਨਾਲ ਰੁਲਦੂ ਸਿੰਘ ਮਾਨਸਾ ਜੀ ਜੁੜ ਰਹੇ ਨੇ ਜੋ ਕਿ SSM ਯਾਨੀ ਕਿ ਸੰਯੁਕਤ ਸਮਾਜ ਮੋਰਚਾ ਨੂੰ ਰਿਪਰੈਜ਼ੈਂਟ ਕਰਨਗੇ। ਬਹੁਤ ਬਹੁਤ ਸਵਾਗਤ ਹੈ ਰਜਿੰਦਰ ਜੀ ਤੁਹਾਡਾ ਵੀ, ਰੁਲਦੂ ਮਾਨਸਾ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ। ਰਜਿੰਦਰ ਜੀ, ਸ਼ੁਰੂਆਤ ਤੁਹਾਡੇ ਤੋਂ। ਵਿਰੋਧ ਕਿਉਂ? ਪਹਿਲਾ ਸਵਾਲ ਸਿੱਧਾ। ਲੋਕਤੰਤਰ ਹੈ, ਲੋਕਤੰਤਰ ਦੇ ਵਿੱਚ ਇਲੈਕਸ਼ਨ ਲੜਨਾ ਕੋਈ ਮਾੜੀ ਗੱਲ ਨਹੀਂ ਹੈ। ਕਿਉਂ ਤੁਸੀਂ ਵਿਰੋਧ ਕਰ ਰਹੇ ਹੋ? ਕਿ ਗਲਤ ਕਰ ਰਹੀਆਂ ਜਥੇਬੰਦੀਆਂ ਜਿਹੜੀਆਂ ਇਲੈਕਸ਼ਨ ਵਾਲੇ ਪਾਸੇ ਜਾ ਰਹੀਆਂ? ਨਹੀਂ, ਅਸੀਂ ਵਿਰੋਧ ਨਹੀਂ ਕਰ ਰਹੇਗੇ। ਇਹ ਉਹਨਾਂ ਦਾ ਅਧਿਕਾਰ ਆ ਸਿਆਸਤ ਦੇ ਵਿੱਚ ਜਾਣਾ, ਸਿਆਸਤ ਕਰਨਾ। ਇਹ ਹਰ ਮਨੁੱਖ ਦਾ ਅਧਿਕਾਰ ਆ ਤੇ ਉਸੇ ਤਰ੍ਹਾਂ ਸਾਡੇ ਇਹਨਾਂ ਸਾਥੀਆਂ ਦਾ ਵੀ ਅਧਿਕਾਰ ਆ। ਅਸੀਂ ਤਾਂ ਸਿਰਫ ਜਿਹੜੀ ਆਪਣੀ ਸਮਝ ਹੈਗੀ ਆ ਕਿ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਵਿੱਚ ਚੋਣਾਂ 'ਚ ਹਿੱਸਾ ਨਹੀਂ ਲਊਗੀ ਔਰ ਨਾ ਹੀ ਸੰਯੁਕਤ ਸਮਾਜ ਮੋਰਚੇ ਦਾ ਅਸੀਂ ਹਿੱਸਾ। ਅਸੀਂ ਚੋਣਾਂ ਦੇ ਦੌਰਾਨ ਜਿਹੜੀਆਂ ਲੋਕਾਂ ਦੀਆਂ ਜ਼ਿੰਦਗੀ ਦੇ ਬੁਨਿਆਦੀ ਮਸਲੇ ਆ ਉਹਨਾਂ ਦਾ ਹੱਲ ਕੀ ਆ ਉਹ ਲੋਕਾਂ ਦੇ ਸਾਹਮਣੇ ਰੱਖਾਂਗੇ ਔਰ ਜੋ ਬੁਨਿਆਦੀ ਮੁੱਦੇ ਆ ਉਹਨਾਂ ਤੇ ਪੰਜਾਬ ਦੇ ਵਿੱਚ ਜਿੰਨੀਆਂ ਸਿਆਸੀ ਧਿਰਾਂ ਚੋਣ ਮੈਦਾਨ ਦੇ ਵਿੱਚ ਨਿਤਰੀਆਂ ਹੋਈਆਂ ਨੇ ਉਹਨਾਂ ਦੇ ਕੋਲੇ ਕੋਈ ਪ੍ਰੋਗਰਾਮ ਨਹੀਂ ਹੈ, ਕੋਈ ਹੱਲ ਨਹੀਂ ਹੈ। ਤੇ ਸੰਯੁਕਤ ਸਮਾਜ ਮੋਰਚੇ ਨੇ ਵੀ ਹਜੇ ਤੱਕ ਕੋਈ ਪ੍ਰੋਗਰਾਮ ਜਿਹੜਾ ਸਾਹਮਣੇ ਨਹੀਂ ਲਿਆਂਦਾਗਾ। ਤੋ ਇਸ ਕਰਕੇ ਅਸੀਂ ਉਹ ਪ੍ਰੋਗਰਾਮ ਜਿਹੜਾ ਲੋਕਾਂ 'ਚ ਪ੍ਰਚਾਰਾਂਗੇ ਕਿ ਸੰਘਰਸ਼ ਦੇ ਜਿਹੜੇ ਮੁੱਦੇ ਆ ਇਹਨਾਂ ਤੇ ਲਾਮਬੰਦੀ ਕਰੋ। ਜਿੰਦੇ ਸਭ ਤੋਂ ਅਹਿਮ 2 ਮਸਲਿਆਂ ਦੀ ਮੈਂ ਜ਼ਰੂਰ ਤੁਹਾਡੇ ਨਾਲ ਸਾਂਝ ਪਾਉਣੀ ਚਾਹੂੰਗਾ। ਸਭ ਤੋਂ ਪਹਿਲਾਂ ਤਾਂ ਜਿਹੜਾ ਪੰਜਾਬ ਦੇ ਵਿੱਚ ਗੰਭੀਰ ਖੇਤੀ ਸੰਕਟ ਆ ਉਹਦੇ ਲਈ ਜ਼ਿੰਮੇਵਾਰ ਜਿਹੜਾ ਹਰੇ ਇਨਕਲਾਬ ਦਾ ਖੇਤੀ ਮਾਡਲ ਆ, ਜਿਹੜਾ ਐਕਚੁਅਲ 'ਚ ਸਾਮਰਾਜੀ ਖੇਤੀ ਮਾਡਲ ਆ। ਹਰਾ ਇਨਕਲਾਬ ਅੱਜ ਹਰਾ ਘੱਲੂ ਘਰਾ ਸਾਬਤ ਹੋ ਚੁੱਕਾ, ਜਿਹਨੇ ਪੰਜਾਬ ਦੀ ਕਿਸਾਨੀ ਨੂੰ ਕਰਜ਼ਾ ਦਿੱਤਾ, ਖੁਦਕੁਸ਼ੀਆਂ ਦਿੱਤੀਆਂ, ਹਵਾ ਪਾਣੀ ਮਿੱਟੀ ਜ਼ਹਿਰੀਲਾ ਹੋਇਆ, ਆਮ ਲੋਕਾਂ ਨੂੰ ਬਿਮਾਰੀਆਂ ਮਿਲੀਆਂ, ਇੰਨੀ ਖੁਰਾਕ 'ਚ ਸਾਡੀ 'ਚ ਜ਼ਹਿਰ ਆ ਗਿਆ ਔਰ ਪੇਂਡੂ ਮਜ਼ਦੂਰਾਂ ਨੂੰ ਮਸ਼ੀਨੀਕਰਨ ਕਰਕੇ ਜਿਹੜੀ ਬੇਰੁਜ਼ਗਾਰੀ ਮਿਲੀ ਆ। ਤੋ ਇਹਦੀ ਥਾਂ ਤੇ ਕੁਦਰਤ ਤੇ ਕਿਸਾਨ ਪੱਖੀ ਖੇਤੀ ਮਾਡਲ ਹੋਣਾ ਚਾਹੀਦਾ। ਇਹ ਕਿਸੇ ਵੀ ਸਿਆਸੀ ਪਾਰਟੀ ਦੇ ਜਿਹੜੇ ਏਜੰਡੇ ਤੇ ਨਹੀਂ ਹੈਗਾ। ਇਸ ਕਰਕੇ ਜਦੋਂ ਕਿਸੇ ਦੇ ਏਜੰਡੇ ਤੇ ਨਹੀਂ ਹੈ, ਕਿਸਾਨਾਂ ਦੇ ਹੋ ਸਕਦਾ ਨਾ। ਤੁਸੀਂ ਜਿਹੜੀਆਂ ਗੱਲਾਂ ਕਹਿ ਰਹੇ ਹੋ, ਤੁਸੀਂ ਰਲੋ ਕਿਸਾਨ ਆਗੂਆਂ ਦੇ ਨਾਲ, ਇਹ ਏਜੰਡਾ ਰੱਖੋ, ਕੀ ਪ੍ਰੋਬਲਮ ਆ ਉਸ ਦੇ ਵਿੱਚ? ਜੇ ਸਰਕਾਰ ਦੇ ਵਿੱਚ ਆ ਗਏ, ਪੰਜਾਬ ਦੀ ਸਰਕਾਰ ਤੁਹਾਡੇ ਹੱਥ ਆ ਗਈ ਯਾਨੀ ਕਿਸਾਨਾਂ ਦੇ ਹੱਥ ਆ ਗਈ, ਤਾਂ ਫਿਰ ਜਿਹੜੇ ਤੁਹਾਨੂੰ ਪੁਆਇੰਟ ਲੱਗਦੇ ਨੇ ਉਹ ਕਰ ਲਿਓ ਪੂਰੇ। ਜਦੋਂ ਪ੍ਰੋਗਰਾਮ ਸਾਹਮਣੇ ਆਵੇਗਾ ਅਸੀਂ ਆਪਣੀ ਉੱਤੇ ਸਮਝ ਰੱਖਾਂਗੇ, ਪਰ ਸਾਨੂੰ ਇਸ ਤਰ੍ਹਾਂ ਦਾ ਪ੍ਰੋਗਰਾਮ ਸਾਹਮਣੇ ਆਉਂਦਾ ਨਜ਼ਰ ਨਹੀਂ ਆ ਰਿਹਾਗਾ। ਇਸੇ ਤਰ੍ਹਾਂ ਮੈਂ ਇੱਕ ਮਾਮਲਾ ਜਿੰਦੇ ਤੇ ਸਾਰੀਆਂ ਸਿਆਸੀ ਧਿਰਾਂ ਜਿਹੜੀਆਂ ਨੇ ਉਹ ਖਾਮੋਸ਼ ਨੇ। ਪੰਜਾਬ 'ਚ ਨਸ਼ਾ ਤੇ ਬੇਰੁਜ਼ਗਾਰੀ ਦਾ ਮੁੱਦਾ ਬਹੁਤ ਵੱਡਾ, ਇਹਦੇ ਤੋਂ ਸਿਰਫ ਬਿਆਨਬਾਜ਼ੀ ਹੁੰਦੀ ਆ। ਨਸ਼ੇ ਦਾ ਕਾਰਨ ਜਿਹੜੀ ਆ ਬੇਰੁਜ਼ਗਾਰੀ ਆ। ਬੇਰੁਜ਼ਗਾਰੀ ਦੂਰ ਕਰਨ ਵਾਸਤੇ ਸਾਨੂੰ ਪੰਜਾਬ ਦੇ ਵਿੱਚ ਸਨਅਤੀਕਰਨ ਚਾਹੀਦਾ, ਖਾਸ ਕਰਕੇ ਖੇਤੀ ਆਧਾਰਿਤ ਸਨਅਤ ਚਾਹੀਦੀ। ਮੈਨੂੰ ਥੋੜੀ ਗੱਲ ਕਹਿਣ ਦਿਓ ਜੀ, ਖੇਤੀ ਆਧਾਰਿਤ ਸਨਅਤ ਚਾਹੀਦੀ ਆ, ਪਰ ਸਾਡੀ ਮਾਰਕੀਟ ਤੇ ਤਕਨੀਕ ਦੇ ਉੱਪਰ ਔਰ ਸੋਮਿਆਂ ਦੇ ਉੱਪਰ ਸਾਮਰਾਜੀ ਅਦਾਰਿਆਂ ਦਾ ਯਾਨੀ ਕਿ ਸਾਮਰਾਜੀ ਕੰਪਨੀਆਂ ਦਾ ਮੈਂ ਇਸ ਕਰਕੇ ਤੁਹਾਨੂੰ ਵਿਚਾਲੇ ਰੋਕਿਆ। ਮੈਂ ਸਿੱਧਾ ਸਵਾਲ ਕਰ ਰਿਹਾ ਕਿ ਤੁਹਾਨੂੰ ਲੱਗਦਾ ਹੈ ਕਿ ਜਿਹੜੀਆਂ ਜਥੇਬੰਦੀਆਂ ਇਲੈਕਸ਼ਨ ਦੇ ਵਿੱਚ ਉਤਰ ਰਹੀਆਂ ਨੇ ਉਹ ਕੋਈ ਰੋਡ ਮੈਪ ਨਹੀਂ ਦਿਖਾ ਸਕੀਆਂ ਪੰਜਾਬ ਦੇ ਲਈ, ਖਾਸ ਤੌਰ ਤੇ ਖੇਤੀ ਦੇ ਲਈ? ਤੁਸੀਂ ਇਹ ਕਹਿਣਾ ਚਾਹ ਰਹੇ ਹੋ? ਬਹੁਤ ਅਰਲੀ ਨਹੀਂ ਹੈ ਤੁਹਾਨੂੰ ਲੱਗਦਾ ਕਿ ਇਹ ਗੱਲ ਕਹਿਣੀ? ਅਜੇ ਮੌਕਾ ਦਿਵੋ, 10 ਦਿਨ ਵੀ ਨਹੀਂ ਹੋਏ ਅਜੇ ਅਨਾਉਂਸਮੈਂਟ ਕਰੇ ਨੂੰ, ਹੋਰ ਅਗਲੇ 15 ਦਿਨਾਂ ਦੇ ਵਿੱਚ ਆ ਜਾਏਗਾ ਉਹਨਾਂ ਦਾ ਮੈਨੀਫੈਸਟੋ ਟਾਈਪ ਪੂਰਾ ਰੋਡ ਮੈਪ ਦੇ ਦੇਣਗੇ ਉਹ ਵੀ ਬਾਕੀ ਜਥੇਬੰਦੀਆਂ ਦੀ ਤਰ੍ਹਾਂ। ਨਹੀਂ, ਉਹ ਦੇ ਦੇਣ, ਸਾਨੂੰ ਕੋਈ ਇਤਰਾਜ਼ ਨਹੀਂਗਾ। ਸਾਨੂੰ ਕੀ ਇਤਰਾਜ਼ ਆ ਕਿ ਪਰ ਇਹ ਮਾਮਲਾ ਹੈਗਾ ਕਿ ਇਸ ਲੜਾਈ ਦੇ ਦੌਰਾਨ ਜਿਹੜੀ ਕਿਸਾਨੀ ਆ ਉਹਦੇ 'ਚ ਤਬਕਾਤੀ ਚੇਤਨਾ ਆਈ ਆ, ਸਿਆਸੀ ਚੇਤਨਾ ਹਜੇ ਜਿਹੜੀ ਆ ਉਹ ਨਹੀਂ ਆਏਗੀ। ਮੈਂ ਬੇਰੁਜ਼ਗਾਰੀ ਵਾਲਾ ਪੁਆਇੰਟ ਕੰਪਲੀਟ ਕਰਨਾ ਚਾਹੂੰਗਾ ਗੌਰਵ ਜੀ, ਸਿਰਫ ਅੱਧਾ ਮਿੰਟ ਦਿਓ ਜੀ ਮੈਨੂੰ। ਕਿ ਪੰਜਾਬ ਦੇ ਵਿੱਚ ਜੇ ਬੇਰੁਜ਼ਗਾਰੀ ਨੂੰ ਕੰਟਰੋਲ ਕਰਨਾ ਸਨਅਤੀਕਰਨ ਚਾਹੀਦਾ। ਸਾਡੀ ਮਾਰਕੀਟ, ਸਾਡੀ ਤਕਨੀਕ ਔਰ ਸਾਡੇ ਸੋਮਿਆਂ ਦੇ ਉੱਪਰ ਬਹੁ ਕੌਮੀ ਕੰਪਨੀਆਂ ਦਾ, ਵਿਦੇਸ਼ੀ ਸਾਮਰਾਜੀ ਕੰਪਨੀਆਂ ਦਾ ਕਬਜ਼ਾ। ਸਾਡੇ ਤਾਂ ਨੇਲ ਕਟਰ ਤੇ ਵੀ ਮੇਡ ਇਨ ਇੰਡੀਆ ਨਹੀਂ ਲਿਖਿਆ। ਦੁਨੀਆ 'ਚ ਚੌਥੇ ਨੰਬਰ ਤੇ ਆ ਭਾਰਤ ਲੋਹਾ ਪੈਦਾ ਕਰਨ ਦੇ ਵਿੱਚ, ਤੇ ਟਰੈਕਟਰ ਦੇ ਜਿਹੜੇ ਪਾਰਟ ਆ ਬਾਹਰੋਂ ਬਣ ਕੇ ਆਉਂਦੇ ਆ। ਇਸ ਕਰਕੇ ਜਿੰਨਾ ਸਮਾਂ ਵਿਦੇਸ਼ੀ ਪੂੰਜੀ ਨੂੰ ਕੰਟਰੋਲ ਕਰਕੇ ਉਹਦਾ ਕੌਮੀਕਰਨ ਨਹੀਂ ਕੀਤਾ ਜਾਂਦਾ, ਉਹਨਾਂ ਸਮੇਂ ਇੱਥੇ ਬੇਰੁਜ਼ਗਾਰੀ ਦਾ ਮਸਲਾ ਹੱਲ ਨਹੀਂ ਹੁੰਦਾ। ਤੇ ਕੋਈ ਵੀ ਸਿਆਸੀ ਧਿਰ ਦੇ ਏਜੰਡੇ ਤੇ ਇਸ ਤਰ੍ਹਾਂ ਬੇਰੁਜ਼ਗਾਰੀ ਨੂੰ ਦੂਰ ਕਰਨ ਦਾ ਸਿਰਫ ਹੱਲ ਹੀ ਨਹੀਂ ਹੈਗਾ, ਸਿਰਫ ਲਾਰੀ ਆ। ਇਸ ਤਰ੍ਹਾਂ ਸੰਯੁਕਤ ਸਮਾਜ ਮੋਰਚੇ ਨੇ ਤਾਂ ਹਜੇ ਕੋਈ ਪ੍ਰੋਗਰਾਮ ਹੀ ਨਹੀਂ ਦਿੱਤਾਗਾ। ਇਸ ਕਰਕੇ ਅਸੀਂ ਕਿਸੇ ਦੀ ਸਪੋਰਟ ਕਿਵੇਂ ਕਰ ਸਕਦੇ ਹੈਗੇ? ਨਹੀਂ, ਪਰ ਦੋਵੇਂ ਗੱਲਾਂ ਮੈਂ ਰੁਲਦੂ ਮਾਨਸਾ ਜੀ ਦਾ ਰੁਖ ਕਰਨਾ, ਪਰ ਉਸ ਤੋਂ ਪਹਿਲਾਂ ਮੈਂ ਖੁਦ ਦਰਸ਼ਕ ਇਹੀ ਜਾਣਨਾ ਚਾਹੁੰਦੇ ਹੋਣਗੇ, ਇਹ ਦੋਵੇਂ ਗੱਲਾਂ ਵੱਖੋ ਵੱਖ ਨੇ ਨਾ। ਹੁਣ ਜੇ ਤੁਸੀਂ ਕਹਿ ਰਹੇ ਹੋ ਕਿ ਬੇਰੁਜ਼ਗਾਰੀ ਦਾ ਮੁੱਦਾ ਹੈ ਜਾਂ ਕਿਸਾਨੀ ਦਾ ਮੁੱਦਾ ਹੈ, ਇਸ ਦੇ ਨਾਲ ਕਿਸਾਨਾਂ ਦੇ ਚੋਣ ਲੜਨ ਦੇ ਐਲਾਨ ਨੂੰ ਕਿਵੇਂ ਤੁਸੀਂ ਜੋੜ ਰਹੇ ਹੋ? ਉਹ ਤਾਂ ਖੁਦ ਇਹ ਕਹਿ ਰਹੇ ਨੇ, ਗੁਰਨਾਮ ਸਿੰਘ ਜੜੂਨੀ ਦੇ ਨੁਮਾਇੰਦੇ ਬਹੁਤ ਵਾਰ ਸਾਡੇ ਨਾਲ ਬੈਠੇ ਨੇ, ਉਹ ਕਹਿੰਦੇ ਨੇ ਕਿ ਅਸੀਂ ਤਾਂ ਚਾਹੁੰਦੇ ਹਾਂ ਕਿ ਕਿਸਾਨਾਂ ਦੇ ਹੱਥ ਦੇ ਵਿੱਚ ਆਵੇ ਨਾ ਚੀਜ਼ਾਂ,
ਹੱਥ ਦੇ ਵਿੱਚ ਆਵੇ ਕੰਟਰੋਲ ਸਰਕਾਰ ਵਾਲਾ ਵੀ ਫਿਰ ਕਰਕੇ ਦਿਖਾਵਾਂਗੇ। ਦੇਖੋ ਜਿੰਨਾ ਜੇ ਤੁਸੀਂ ਸਿਆਸੀ ਤਬਦੀਲੀ ਚਾਹੁੰਦੇ ਆ ਤਾਂ ਉਹ ਸਿਆਸੀ ਬਦਲਵੇਂ ਪ੍ਰੋਗਰਾਮ ਤੇ ਹੋਊਗੀ ਨਾ। ਜੇ ਤੁਹਾਡੇ ਕੋਲ ਕੋਈ ਪ੍ਰੋਗਰਾਮ ਨਹੀਂ, ਇਹਦਾ ਮਤਲਬ ਤੁਸੀਂ ਐਮਐਲਏ ਹੀ ਬਦਲਣਾ ਚਾਹੁੰਦੇ ਹੋ, ਨਵੇਂ ਚਿਹਰੇ ਹੀ ਸਾਹਮਣੇ ਲਿਆਉਣੇ ਚਾਹੁੰਦੇ ਆ, ਬਾਕੀ ਸਾਰਾ ਕੁਝ ਉਸੇ ਤਰ੍ਹਾਂ ਚੱਲਿਆ ਜਾਊਗਾ। ਇਸ ਕਰਕੇ ਬਦਲਵਾਂ ਪ੍ਰੋਗਰਾਮ ਨਾ ਤਾਂ ਚੜੂਨੀ ਸਾਹਿਬ ਨੇ ਦਿੱਤਾ ਹੈਗਾ, ਇਸ ਕਰਕੇ ਬਿਨਾਂ ਪ੍ਰੋਗਰਾਮ ਤੋਂ ਕਿਵੇਂ ਕਹਿ ਦਈਏ ਵੀ ਕੀ ਕਰਨਾ ਚਾਹਣਗੇ। ਠੀਕ ਹੈ, ਮਤਲਬ ਪੁਆਇੰਟ ਇੱਕ ਆ ਕੇ ਜਿਹੜਾ ਰੁਕਿਆ ਹੈ ਇਸ ਪੂਰੀ ਚਰਚਾ ਦੇ ਵਿੱਚ, ਤੁਸੀਂ ਕਹਿ ਰਹੇ ਹੋ ਕਿ ਪ੍ਰੋਗਰਾਮ ਯਾਨੀ ਕਿ ਰੋਡ ਮੈਪ ਦੱਸੋ ਜੇ ਤੁਸੀਂ ਪੰਜਾਬ ਦੇ ਲਈ ਆਪਣੇ ਵਿਧਾਇਕ ਦੇ ਉਮੀਦਵਾਰ ਉਤਾਰਨਾ ਚਾਹੁੰਦੇ ਹੋ ਮੈਦਾਨ ਦੇ ਵਿੱਚ। ਸਾਡੇ ਨਾਲ ਰੁਲਦੂ ਸਿੰਘ ਬਾਂਸਾ ਜੀ ਜੁੜੇ ਹੋਏ ਨੇ, ਮੈਂ ਉਹਨਾਂ ਦਾ ਰੁਖ ਕਰਦਾ। ਰੁਲਦੂ ਜੀ ਬਹੁਤ ਬਹੁਤ ਸਵਾਗਤ ਹੈ। ਤੁਹਾਡੇ ਕੋਲ ਰੋਡ ਮੈਪ ਨਹੀਂ ਹੈ, ਤੁਸੀਂ ਤਾਂ ਬਸ ਐਮਐਲਏ ਬਣਾਉਣਾ ਚਾਹੁੰਦੇ ਹੋ। ਐਮਐਲਏ ਹੁਣ ਕਿਸੇ ਹੋਰ ਪਾਰਟੀ ਦਾ, ਫਿਰ ਕਿਸਾਨਾਂ ਵਾਲੀ ਪਾਰਟੀ ਦਾ ਬਣ ਜਾਏਗਾ, ਸੰਯੁਕਤ ਸਮਾਜ ਮੋਰਚੇ ਦਾ ਬਣ ਜਾਏਗਾ ਜੇ ਜਿੱਤਦੇ ਹੋ। ਰਾਜਿੰਦਰ ਦੀਪਵਾਲਾ ਜੀ ਕਹਿ ਰਹੇ ਨੇ, ਤੁਹਾਡੇ ਸਾਥੀ ਨੇ, ਮੈਂ ਪੁਰਾਣੇ ਤਾਂ ਨਹੀਂ ਕਹੂੰਗਾ ਕਿਉਂਕਿ ਹੁਣ ਵੀ ਐਸਕੇਐਮ ਦਾ ਹਿੱਸਾ ਜ਼ਰੂਰ ਨੇ, ਉਹ ਕਹਿ ਰਹੇ ਨੇ ਕਿ ਰੋਡ ਮੈਪ ਨਹੀਂ, ਜੇ ਤੁਸੀਂ ਕੋਈ ਬਦਲਵਾਂ ਪ੍ਰੋਗਰਾਮ ਦਵੋ ਤਾਂ ਫਿਰ ਗੱਲ ਵੱਖਰੀ ਹੋਵੇ। ਆਪਣਾ ਰਜਿੰਦਰ ਸਿੰਘ ਮੇਰੇ ਬਹੁਤ ਅਮਰ ਪਿਆਰੇ ਸਾਥੀ ਨੇ, ਮੈਂ ਇਹਨਾਂ ਦਾ ਧੰਨਵਾਦ ਕਰਦਾ। ਪਰ ਮੈਂ ਥੋੜੀ ਇੱਕ ਮਗਰ ਗੱਲ ਜਾਣੀ ਚਾਹੁੰਦਾ, ਜਦੋਂ ਮਜਾਰਾ ਲਹਿਰ ਚੱਲੀ ਸੀ 785 ਪਿੰਡਾਂ ਦੇ ਵਿੱਚ ਸਰਦਾਰ ਵਡਾਈ ਲੈਂਦੇ ਹੁੰਦੇ ਜੀ, ਉਦੋਂ ਹਥਿਆਰਬੰਦ ਘੋਲ ਚੱਲਿਆ। ਚੱਲਦੇ ਚੱਲਦੇ ਜਿਹੜੇ ਉਦੋਂ ਕਿਸਾਨ ਆਗੂ ਸੰਘਰਸ਼ ਲੜਦੇ ਝੋਜੜਾ ਚਲੇ ਗਏ। ਉਦੋਂ ਬਾਅਦ ਵੋਟਾਂ ਪਈਆਂ ਤਾਂ ਉਹਨਾਂ ਆਗੂਆਂ ਦੇ ਕਾਗਜ਼ ਭਰਤੇ, ਉਹਨਾਂ ਚੋਂ 4 ਐਮਐਲਏ ਜਿੱਤ ਗਏ ਤੇ ਜਿੱਤ ਕੇ ਉਹਨਾਂ ਨਾਲ ਸਰਕਾਰ ਬਣਦੀ ਸੀ। ਉਹਨਾਂ ਨੇ ਸੰਘਰਸ਼ 'ਚ ਵੀ ਇਮਾਨਦਾਰੀ ਦਿਖਾਈ ਤੇ ਉੱਥੇ ਵੀ ਇਮਾਨਦਾਰੀ ਦਿਖਾਈ। ਤਾਂ ਉਹਨਾਂ ਨੂੰ ਜਦੋਂ ਬਾਹਰ ਲਿਆਂਦਾ ਵੀ ਤੁਸੀਂ ਅਸੀਂ ਉਹਦੀ ਮਦਦ ਕਰਾਂਗੇ ਜਿਹੜੇ ਕਿਸਾਨਾਂ ਨੂੰ ਕਬਜ਼ਾ ਤਾਂ ਜ਼ਮੀਨ ਤੇ ਕਰ ਲਿਆ ਸਰਦਾਰ ਡੱਕਰ ਤੇ, ਜਿਹੜੇ ਕਿਸਾਨਾਂ ਨੂੰ ਮਾਲਕੀ ਹੱਕ ਦੇ ਦੂਗਾ ਉਹ ਸਰਕਾਰ ਦੀ ਅਸੀਂ ਮਦਦ ਕਰ ਦਾਂਗੇ। ਮੈਂ ਮਾਨਸਾ ਪਿੰਡ ਰਹਿਣ ਵਾਲਾ ਸ਼ਹਿਰਾਂ ਲੋ 50,000 ਦਾ ਇਕੱਠ ਮਾਨਸਾ 'ਚ ਹੋਇਆ ਤਾਂ ਉੱਥੇ ਆ ਕੇ ਬਾਹ ਕਹਿੰਦੇ ਸਰਕਾਰੀ ਮੰਤਰੀ ਐਲਾਨ ਕੀਤਾ, ਮੇਰਾ ਆਪਦਾ ਪਿੰਡ ਵਡਾਈ ਵਾਲਾ ਮੈਂ ਬਾਜ਼ਾਰਾਂ, ਤਾਂ ਉੱਥੇ ਸਾਨੂੰ ਮਾਲਕੀ ਹੱਕ ਮਿਲੇ। ਦੇਖੋ ਜੇ ਅਸੀਂ 40 ਸਾਲ ਲੜਦੇ ਇਮਾਨਦਾਰ ਰਹਿ ਸਕਦੇ ਆ, ਕੋਈ ਗਲਤ ਕੰਮ ਨਹੀਂ ਕਰਦੇ, ਸਾਡੇ ਸਾਥੀ ਸਾਰੀਆਂ ਜਥੇਬੰਦੀਆਂ ਦੇ ਆਗੂ, ਜੇ ਅਸੀਂ ਵਿਧਾਨ ਸਭਾ 'ਚ ਵਗ ਜਾਾਂਗੇ ਫਿਰ ਅਸੀਂ ਕਿਉਂ ਨਹੀਂ ਇਮਾਨਦਾਰ ਰਹਾਂਗੇ। ਮੰਨ ਲਓ ਅਸੀਂ ਇਲੈਕਸ਼ਨ ਲੜਦੇ ਆ, ਜਦ ਅਸੀਂ ਦੀ ਵਗ ਜਾਈਏ ਫਿਰ ਤਾਂ ਅਸੀਂ ਕਲਮੀ ਫੇਰ ਦਾਂਗੇ ਸਾਰੀਆਂ ਮੰਗਾਂ ਤੇ। ਪਰ ਜੇ ਅਸੀਂ ਬੈਠਾਂਗੇ ਦੂਜੀ ਆਪਣੇ ਜੇ ਕਹਿ ਦਈਏ ਵਿਰੋਧੀ ਧਿਰ 'ਚ, ਫਿਰ ਅਸੀਂ ਕਿਸਾਨਾਂ ਤੋਂ ਮੰਗਾਂ ਪੁੱਛਾਂਗੇ ਵੀ ਮੰਗਾਂ ਦੱਸੋ ਕਿਸਾਨਾਂ ਦੀਆਂ, ਮਜ਼ਦੂਰਾਂ ਦੀਆਂ, ਦੁਕਾਨਦਾਰਾਂ ਦੀਆਂ, ਤਾਂ ਉਹਨਾਂ ਤੋਂ ਮੰਗਾਂ ਲੈ ਕੇ ਅਸੀਂ ਵਿਧਾਨ ਸਭਾ ਜਾਵਾਂਗੇ। ਅਸੀਂ ਜਾ ਕੇ ਉਹ ਵੰਡਾਂਗੇ ਵਿਧਾਨ ਸਭਾ। ਤੁਹਾਡੇ ਕੋਲ ਰੋਡ ਮੈਪ ਨਹੀਂ ਹੈ ਰੁਲਦੂ ਮਾਨਸਾ ਜੀ, ਤੁਸੀਂ ਉਹ ਰੋਡ ਮੈਪ ਦੀ ਗੱਲ ਹੋ ਰਹੀ ਹੈ ਕਿ ਦੱਸੋ ਨਾ, ਫਿਰ ਇਹ ਤਾਂ ਐਲਾਨ ਹੋ ਗਏ ਪੋਲੀਟੀਕਲ ਪਾਰਟੀਆਂ ਦੀ ਤਰ੍ਹਾਂ ਕਿ ਤੁਸੀਂ ਵੀ ਆਹ ਕਰੋਗੇ, ਉਹ ਵੀ ਕਹਿੰਦੇ ਅਸੀਂ ਆਹ ਕਰ ਦਾਂਗੇ, ਉਹ ਕਰ ਦਾਂਗੇ, ਬੇਫਿਕਰ ਰਹੋ। ਤੁਸੀਂ ਮੇਰੀ ਸੁਣਤਾ ਲਓ, ਜਿਹੜੇ 4 ਐਮਐਲਏ ਸਾਡੇ ਕੋਲ ਰੋਡ ਮਸਾ ਉਹ ਨਹੀਂ ਕਰਿਆ ਸੀਗਾ, ਉਹ ਜੇਲ੍ਹ ਸੀਗੇ, ਉਹ ਜੇਲ੍ਹ ਚੋਂ ਜਿੱਤੇ। ਅਸੀਂ ਉਸ ਤੋਂ ਬਾਅਦ ਵੱਡਾ ਇਕੱਠ ਕਰਾਂਗੇ, ਅਸੀਂ ਭਾਈ ਆ ਤੁਹਾਡੀਆਂ ਮੰਗਾਂ ਦੇ ਦਿਆਂ, ਜਿਹੜਾ ਐਮਐਲਏ ਸਾਡਾ ਵਿਰੋਧ ਕਰੂਗਾ ਉਹ ਦੱਸਾਂਗੇ ਵੀ ਸਿੱਟ ਲਓ ਉਹਦੇ ਘਰ ਜਾ ਕੇ ਡਾਂਗਣਾ ਉਹਨੂੰ, ਤੁਹਾਡੇ ਹੱਕ 'ਚ ਵੋਟ ਨਹੀਂ ਪਾਉਂਦਾ। ਉਹ ਮਤਲਬ ਜਿਹੜੀ ਮਰਜ਼ੀ ਪਾਰਟੀ ਦਾ ਹੋਵੇ, ਫਿਰ ਹਾਂ ਕਿਸੇ ਦਾ ਵੀ ਹੋਵੇ, ਕਿਸੇ ਪਾਰਟੀ ਦਾ ਹੋਵੇ, ਅਸੀਂ ਅੰਦਰ ਬੈਠੇ ਹੋਵਾਂਗੇ, ਅਸੀਂ ਸੰਘ ਵੀ ਮੰਗਾ ਲਈਏ ਤਾਂ ਹੱਕ 'ਚ ਵੋਟ ਪਾਵਾਂਗੇ। ਮਤਲਬ ਪਹਿਲਾਂ ਸੜਕ ਦੇ ਪ੍ਰਦਰਸ਼ਨ ਸੀ, ਹੁਣ ਪਾਰਲੀਮੈਂਟ ਦੇ ਵਿਧਾਨ ਸਭਾ ਦੇ ਅੰਦਰ ਵੀ ਪ੍ਰਦਰਸ਼ਨ ਵਾਲੀ ਰਣਨੀਤੀ ਅਪਣਾਉਂਗੇ। ਹਾਂ ਉਹੀ ਸਾਡੇ ਅਸੀਂ ਬਿਹਾਰ 'ਚ ਬਣਾਈ ਹੈ, ਸਾਡੇ ਐਮਐਲਏ ਤੇ ਬਿਹਾਰ 'ਚ ਵਿਧਾਨ ਸਭਾ 'ਚ ਲਾਠੀਚਾਰਜ ਹੋਇਆ ਜੀ। ਰੁਲਦੂ ਸਿੰਘ ਵਿਧਾਨ ਸਭਾ 'ਚ ਵੀ ਭਾਵੇਂ ਲਾਠੀਚਾਰਜ ਹੋਏ ਉਹੀ ਮੰਗਾ ਠਾਊਗਾ। ਠੀਕ ਹੈ, ਜਦੋਂ ਅਸੀਂ ਮੰਗਾ ਠਾਵਾਂਗੇ ਬਾਹਰ ਦੱਸਾਂਗੇ ਵੀ ਇਹ ਆਪਣੇ ਹੱਕ 'ਚ ਵੋਟ ਨਹੀਂ ਪਾਉਂਦੇ। ਹੁਣ ਦੇਖੋ ਉੱਥੇ ਅਸੀਂ ਪਾਰਲੀਮੈਂਟ ਸੱਦੀ, ਅਸੀਂ ਵਿਪ ਜਾਰੀ ਕਰਿਆ, ਵਿਰੋਧੀ ਧਿਰ ਸਾਡੇ ਹੱਕ 'ਚ ਖੜੀ ਨਹੀਂ। ਇਹ ਮਤਲਬ ਠੀਕ ਹੈ, ਸਾਡੇ ਸਾਥੀ ਅੱਡੋਡੀ ਸਾਡੀਆਂ ਜਥੇਬੰਦੀਆਂ ਅਸੀਂ ਹਰਮਨ ਪੈ ਰਹੇ ਹਾਂ। ਰੁਲਦੂ ਜੀ ਇਹੀ ਤਾਂ ਫਿਰ ਮਤਲਬ ਗੱਲ ਹੋ ਰਹੀ ਹੈ ਇਸ ਵਿਚਾਲੇ। ਸਾਡੇ ਨਾਲ ਰਾਕੇਸ਼ ਬੈਂਸ ਜੀ ਵੀ ਜੁੜ ਚੁੱਕੇ ਨੇ, ਗੁਰਨਾਮ ਸਿੰਘ ਚੜੂਨੀ ਉਹਨਾਂ ਦੀ ਜਥੇਬੰਦੀ ਨੂੰ ਰਿਪਰੈਜ਼ੈਂਟ ਕਰਨਗੇ। ਰਾਕੇਸ਼ ਜੀ ਬਹੁਤ ਬਹੁਤ ਸਵਾਗਤ ਹੈ, ਮੈਂ ਤੁਹਾਡੇ ਕੋਲ ਆਉਂਗਾ। ਮੈਂ ਰੁਲਦੂ ਜੀ ਤੁਹਾਡੇ ਕੋਲ ਆਉਣਾ ਹੈ। ਰਜਿੰਦਰ ਜੀ ਇੱਕ ਛੋਟਾ ਜਿਹਾ ਰਿਐਕਸ਼ਨ ਸੁਣਿਆ ਹੋਊਗਾ ਤੁਸੀਂ, ਰੁਲਦੂ ਜੀ ਨੂੰ ਕਹਿ ਰਹੇ ਨੇ ਬੜੇ ਹਰਮਨ ਪਿਆਰੇ ਸਾਡੇ ਪਿਆਰੇ ਸਾਥੀ ਨੇ, ਸਹਿਮਤੀ ਨਹੀਂ ਹੈ ਸਾਥੀਆਂ ਦੇ ਨਾਲ। ਨਹੀਂ ਦੇਖੋ, ਸਰਦਾਰ ਰੁਲਦੂ ਸਿੰਘ ਮਾਨਸਾ ਜੀ ਸਾਡੇ ਬੜੇ ਸਤਿਕਾਰਯੋਗ ਨੇ, ਆਗੂ ਵੀ ਨੇ, ਸਾਡੇ ਬਜ਼ੁਰਗ ਵੀ ਨੇ, ਤੇ ਖੁੰਡੇ ਵਾਲੇ ਬਾਬੇ ਕਰਕੇ ਬੜੇ ਮਸ਼ਹੂਰ ਨੇ, ਸਾਡੇ ਵੀ ਇਹ ਬੜੇ ਅਜ਼ੀਜ਼ ਨੇ। ਤੋ ਮਾਮਲਾ ਜਿਹੜਾ ਹੈਗਾ ਉਹ ਜਦੋਂ ਸਿਆਸੀ ਤਬਦੀਲੀ ਦੀ ਗੱਲ ਆਉਂਦੀ ਹੈ ਨਾ, ਤੇ ਮਾਮਲਾ ਸਮਝ ਦਾ ਮਾਮਲਾ ਹੈਗਾ। ਇਸ ਕਰਕੇ ਸਾਡੇ ਬੜੇ ਇਸ ਮਾਮਲੇ ਤੇ ਮਤਭੇਦ ਨੇ। ਅਸੀਂ ਕਹਿੰਦੇ ਕਿ ਇਹਨਾਂ ਨੂੰ ਵਾਪਸ ਆ ਜਾਣਾ ਚਾਹੀਦਾ, ਔਰ ਜਿਹੜੀ ਸਰਕਾਰ 300 ਤੋਂ ਉੱਪਰ MP ਸੀ ਉਹਨਾਂ ਦੇ, ਅਸੀਂ
ਜੇ ਖੇਤੀ ਕਾਨੂੰਨ ਰੱਦ ਕਰਾਉਣੇ ਹੁੰਦੇ ਪਾਰਲੀਮੈਂਟ 'ਚ ਜਾ ਕੇ ਤੇ ਪੌਣੇ 300 MP ਤੋਂ ਉੱਪਰ ਸਾਨੂੰ ਲੋਕ ਸਭਾ ਚਾਹੀਦਾ ਸੀ, 125 ਤੋਂ ਵੱਧ MP ਸਾਨੂੰ ਰਾਜ ਸਭਾ 'ਚ ਚਾਹੀਦਾ ਸੀ। ਪਰ 40 ਤੋਂ 50 ਪਾਰਲੀਮੈਂਟਰੀ ਹਲਕਿਆਂ ਦੀ ਇੱਕ ਲਹਿਰ ਨੇ, ਭਾਵੇਂ ਕਿ ਅਸਰ ਇਹਦਾ ਦੇਸ਼ ਸੀ, ਪੂਰੀ ਦੁਨੀਆ 'ਚ ਪੰਜਾਬੀ ਤੇ ਭਾਰਤੀ ਭਾਈਚਾਰਾ ਡਟ ਗਿਆ, ਸੜਕਾਂ ਤੇ ਆ ਗਿਆ। ਪਰ 40 ਤੋਂ 50 ਪਾਰਲੀਮੈਂਟਰੀ ਹਲਕਿਆਂ 'ਚ ਮਜ਼ਬੂਤ ਮੂਵਮੈਂਟ ਨੇ 300 MP ਵਾਲੀ ਪਾਰਟੀ ਨੂੰ ਜਿਹੜਾ ਸੀ ਉਹ ਗੋਡਿਆਂ ਪਰਨੇ ਕਰਤਾ। ਇਸ ਕਰਕੇ ਜਿਹੜਾ ਗੈਰ ਪਾਰਲੀਮੈਂਟਰੀ ਸਟਰਗਲ ਹੈਗੀ ਆ ਉਹਨੂੰ ਕਿਸੇ ਵੀ ਤਰੀਕੇ ਨਾਲ ਤੁਸੀਂ ਘਟਾ ਕੇ ਨਹੀਂ ਦੇਖ ਸਕਦੇ। ਸਿਆਸਤ ਨੇ ਪੰਜਾਬ ਤੇ ਹਰਿਆਣੇ 'ਚ ਦੁਸ਼ਮਣੀ ਵਧਾਈ, ਇਸ ਗੈਰ ਪਾਰਲੀਮੈਂਟਰੀ ਸਟਰਗਲ ਨੇ ਪੰਜਾਬ ਤੇ ਹਰਿਆਣੇ ਜਿਹੜਾ ਹੈਗਾ ਭਾਈਚਾਰਾ ਵਧਾਇਆ ਹੈਗਾ। ਤਾਂ ਜਿਹੜੀ ਇੱਕ ਫਿਰਕਾ ਪ੍ਰਸਤੀ ਦੀ ਸਿਆਸਤ ਸੀਗੀ, ਜਿੰਦੇ ਅੱਗੇ ਸਾਰੀਆਂ ਸਿਆਸੀ ਪਾਰਟੀਆਂ ਲਿਫੀਆਂ ਆਉਂਦੀਆਂ ਸੀ, ਇਸ ਗੈਰ ਪਾਰਲੀਮੈਂਟਰੀ ਸਟਰਗਲ ਨੇ ਉਸ ਫਿਰਕਾ ਪ੍ਰਸਤੀ ਦੀ ਸਿਆਸਤ ਨੂੰ ਵੀ ਜਿਹੜਾ ਹੈਗਾ ਤਾਕਤਾਂ ਦੇ ਕੇਂਦਰੀਕਰਨ ਦੀ ਸਿਆਸਤ ਦਾ ਵੀ ਚੱਕਾ ਜਿਹੜਾ ਸੀ ਉਹ ਜਾਮ ਕੀਤਾ। ਜਿਹੜਾ ਨਤੀਜਾ ਅਗਲਾ ਸਟੈਪ ਵੀ ਹੁੰਦਾ ਕਿ ਅਗਲਾ ਸਟੈਪ ਕੀ? ਜੀ ਮੈਂ ਹੁਣ ਤੁਸੀਂ ਰੁਲਦੂ ਜੀ ਕਹਿ ਰਹੇ ਨੇ ਕਿ 40 ਸਾਲ ਤੋਂ ਅਸੀਂ ਸੰਘਰਸ਼ ਸੜਕ ਦੇ ਉੱਤੇ ਕਰਦੇ ਆ ਰਹੇ ਹਾਂ, ਅਸੀਂ ਕੋਈ ਗਲਤ ਕੰਮ ਨਹੀਂ ਕੀਤਾ, ਤੇ ਹੁਣ ਅਸੀਂ ਸਿਆਸਤ 'ਚ ਵੜ ਕੇ ਗਲਤ ਕੰਮ ਕਿਉਂ ਕਰ ਦੇਵਾਂਗੇ? ਨਹੀਂ, ਅਸੀਂ ਕੋਈ ਜਿਹੜੇ ਸਾਡੇ ਆਗੂ ਜਿਨ੍ਹਾਂ ਨੇ ਸੰਯੁਕਤ ਸਮਾਜ ਮੋਰਚਾ ਬਣਾਇਆ ਸਾਡੇ ਬਹੁਤ ਸਤਿਕਾਰਯੋਗ ਨੇ, ਇਹਨਾਂ ਦਾ ਯੋਗਦਾਨ ਬਹੁਤ ਵਧੀਆ ਰਿਹਾ ਸਾਰੀ ਮੂਵਮੈਂਟ ਦੇ ਵਿੱਚ। ਅਸੀਂ ਜਿਹੜੀ ਦੂਜੀ ਧਿਰ ਕੁਛ ਆਗੂ ਇਹਨਾਂ ਦੇ ਚਿੱਕੜ ਉਛਾਲੀ ਕਰ ਰਹੇ ਆ, ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਮਸਾਂ ਏਕਤਾ ਬਣੀ ਆ, ਇਹਨੂੰ ਜਿਹੜਾ ਸਾਨੂੰ ਨਾ ਤੋੜੋ, ਚਿੱਕੜ ਉਛਾਲੀ ਨਾ ਕਰੋ, ਔਰ ਇਹਨਾਂ ਨੂੰ ਬੇਨਤੀ ਕਰਦੇ ਆ ਕਿ ਵਾਪਸ ਆ ਜਾਓ। ਅਸੀਂ ਇਹਨਾਂ ਦੀ ਕੋਈ ਦਿਆਨਦਾਰੀ ਤੇ ਸ਼ੱਕ ਨਹੀਂ ਕਰ ਰਹੇਗੇ, ਅਸੀਂ ਸਿਰਫ ਇਹ ਕਹਿ ਰਹੇ ਕਿ ਜਿਹੜੇ ਰਾਹ ਨੇ ਬਿਹਤਰ ਨਤੀਜੇ ਕੱਢਿਆ ਉਸੇ ਰਾਹ ਤੇ ਆਈਏ, ਹੋਰ ਬਿਹਤਰ ਨਤੀਜੇ। ਠੀਕ ਹੈ ਰੁਲਦੂ ਜੀ, ਇੱਕ ਛੋਟੀ ਜਿਹੀ ਸਟੇਟਮੈਂਟ ਤੁਹਾਡੀ, ਉਹ ਕਹਿ ਰਹੇ ਕਿ ਮੁੜ ਆਓ, ਅਜੇ ਵੀ ਸਮਾਂ ਹੈ, ਬੇਸ਼ੱਕ ਤੁਸੀਂ ਅੱਗੇ ਵੱਧ ਗਏ ਹੋ ਪਰ ਮੁੜ ਆਓ, ਮੁੜਨ ਵਾਲਾ ਸਮਾਂ ਵੀ ਅਜੇ ਹੈਗਾ। ਮੈਂ ਸਾਡੇ ਸਤਿਕਾਰਯੋਗ ਲੀਡਰ ਨੂੰ ਬੇਨਤੀ ਕਰਦਾ, ਸਾਨੂੰ ਮੁੜਨ ਨੂੰ ਕਹਿੰਦੇ ਜੇ ਇਹ ਸਾਡੇ ਨਾਲ ਆ ਜਾਣ, ਜੇ ਸਾਡੇ ਨਾਲ ਇਹ ਆ ਜਾਣ ਬਿਹਤਰੀ ਨਾਲ ਅਸੀਂ ਵਿਧਾਨ ਸਭਾ ਜਾਵਾਂਗੇ। ਤਿਆਰ ਹੋਵੋਗੇ ਜਾਣ ਨੂੰ ਜੇ ਰੋਡ ਮੈਪ ਪਸੰਦ ਆ ਗਿਆ? ਤੁਸੀਂ ਆਪਣਾ ਰੋਡ ਮੈਪ ਲੈ ਕੇ ਚਲੇ ਜਾਓ ਨਾ, ਜਿਹੜਾ ਤੁਸੀਂ ਬਦਲਾਅ ਜਾਂ ਬਦਲਵੇਂ ਪ੍ਰੋਗਰਾਮ ਦਾ ਜ਼ਿਕਰ ਕਰਦੇ ਹੋ, ਤੁਸੀਂ ਆਪਣਾ ਲੈ ਕੇ ਚਲੇ ਜਾਓ ਕਿ ਆਹ ਦੇਖੋ ਇਹਦੇ ਉੱਪਰ ਤੁਸੀਂ ਸਹਿਮਤ ਹੋ ਕਿ ਨਹੀਂ। ਫਿਰ ਕੀ ਪਤਾ ਸਾਰੇ ਸਹਿਮਤ ਹੋ ਜਾਣ, ਫਿਰ ਤੁਸੀਂ ਵੀ ਨਾਲ ਹੋ ਜਾਓ ਉਹਨਾਂ ਦੇ। ਨਹੀਂ, ਸਿਆਸੀ ਤਬਦੀਲੀ ਲਈ ਇੱਕ ਬਹੁਤ ਵੱਡੇ ਢਾਂਚੇ ਦੀ ਲੋੜ ਆ, ਚੇਤਨਾ ਦੀ ਲੋੜ ਹੈਗੀ ਆ। ਮੈਂ ਪਹਿਲਾਂ ਕਿਹਾ ਕਿ ਇਸ ਲੜਾਈ ਦੇ ਨਾਲ ਇੱਕ ਤਬਕਾਤੀ ਚੇਤਨਾ ਆਈ ਆ। ਸਾਡੇ ਹਜੇ ਕਾਰਪੋਰੇਟ ਸਿਹਤ ਦੇ ਖੇਤਰ 'ਚ, ਸਿੱਖਿਆ ਦੇ ਖੇਤਰ 'ਚ ਇਸ ਅੰਦੋਲਨ ਨੇ ਇੱਕ ਚੇਤਨਾ ਜਿਹੜੀ ਪੈਦਾ ਕੀਤੀ, ਜਿੰਨੇ ਅੱਗੇ ਇੱਕ ਸਿਆਸੀ ਜਿਹੜੀ ਤਬਦੀਲੀ ਦਾ ਰਾਹ ਖੋਲ ਸਕਦਾ ਸੀਗਾ। ਇਸ ਕਰਕੇ ਅਜੀ ਸਾਨੂੰ ਜਲਦੀ ਕਰਨ ਦੀ ਜਿਹੜੀ ਹੈਗੀ ਹੈ ਜ਼ਰੂਰਤ ਨਹੀਂ ਹੈਗੀ, ਸਾਨੂੰ ਉਸ ਪਾਸੇ ਜਿਹੜਾ ਵਧਣਾ ਚਾਹੀਦਾ। ਗੈਰ ਪਾਰਲੀਮੈਂਟਰੀ ਸਟਰਗਲ ਅਸੀਂ ਕਹਿੰਦੇ ਕਿ ਬਿਹਤਰ ਨਤੀਜੇ ਜਿਹੜਾ ਹੈਗਾ ਕੱਢ ਰਿਹਾ, ਤੇ ਜਿੰਨਾ ਸਮਾਂ ਕੋਈ ਪ੍ਰੋਗਰਾਮ ਨਹੀਂ ਦਿੰਦਾਗਾ ਉਹਨਾਂ ਸਮਾਂ ਅਸੀਂ ਕਿਸੇ ਨਾਲ ਜਾਣ ਬਾਰੇ ਨਹੀਂ ਸੋਚ ਸਕਦੇ। ਮਤਲਬ ਚਾਰ ਹੋ ਸਕਦਾ ਅਗਲੇ 10 ਦਿਨ 15 ਦਿਨ 20 ਦਿਨ ਦੇ ਵਿੱਚ ਹੋ ਸਕਦਾ ਕਿ ਜੇਕਰ ਕੋਈ ਪ੍ਰੋਗਰਾਮ ਤੁਹਾਨੂੰ ਪਸੰਦ ਆ ਗਿਆ, ਦਿੱਤਾ ਹੋਇਆ। ਨਹੀਂ, ਜੋ ਪ੍ਰੋਗਰਾਮ ਅਸੀਂ ਜੋ ਸਮਝਦੇ ਹਾਂ ਜੀ ਉਸ ਤਰ੍ਹਾਂ ਦਾ ਪ੍ਰੋਗਰਾਮ ਹੋਊਗਾ, ਅਸੀਂ ਵਿਚਾਰ ਲਾਂਗੇ, ਪਰ ਸਾਨੂੰ ਉਹਦੀ ਸੰਭਾਵਨਾ ਜਿਹੜੀ ਉਹ ਲੱਗ ਨਹੀਂ ਰਹੀ। ਨਹੀਂ ਰੁਲਦੂ ਜੀ ਸੁਣ ਰਹੇ ਨੇ, ਸਾਰੇ ਸੁਣ ਰਹੇ ਹੋਣਗੇ। ਚਲੋ ਮੈਂ ਇੱਕ ਵਾਰੀ ਰਾਕੇਸ਼ ਬੈਂਸ ਜੀ ਦਾ ਰੁਖ ਕਰਦਾ। ਸਾਡੇ ਨਾਲ ਗੁਰਨਾਮ ਸਿੰਘ ਚੜੂਨੀ ਉਹਨਾਂ ਦੇ ਧੜੇ ਤੋਂ ਜੁੜੇ ਹੋਏ ਨੇ। ਰਾਕੇਸ਼ ਜੀ, ਪਹਿਲਾ ਸਵਾਲ ਇਹੀ ਹੈ ਕਿ ਪੰਜਾਬ ਦੀਆਂ ਜਥੇਬੰਦੀਆਂ ਹੁਣ ਇਲੈਕਸ਼ਨ ਦੇ ਵਿੱਚ ਉਤਰ ਰਹੀਆਂ ਨੇ, ਗੁਰਨਾਮ ਸਿੰਘ ਚੜੂਨੀ ਹੁਣ ਵੀ ਵੱਖਰੇ ਤੌਰ ਤੇ ਉਤਰਨਗੇ ਜਾਂ ਫਿਰ ਪੰਜਾਬ ਵਾਲੀਆਂ ਜਥੇਬੰਦੀਆਂ ਦੇ ਨਾਲ ਰਲਣਗੇ? बड़े ही आदरणीय मित्र बैठे ने जी, इन्होंने बड़ी मेहनत डिबेट सुन रहे सी, बड़ी चंगी गल्लां कर रहे ने और समाज दी सुधार वास्ते गल्लां होनी चाहिए ने। ਜਿਹੜੀ ਗੱਲ ਆਪਨੇ ਕੀਤੀ ਹੈ ਇਹ ਤੇ ਹਮੇਸ਼ਾ ਸੰਯੁਕਤ ਕਿਸਾਨ ਮੋਰਚਾ ਜਦੋਂ ਬਣਿਆ ਸੀ, ਅਸੀਂ ਪਹਿਲਾਂ ਵੀ ਲੱਗੀ ਆਪਣੀ ਜਥੇਬੰਦੀਆਂ ਨਾਲ ਲੜਾਈ ਲੜਦੇ ਫਿਰ ਇਕੱਠੇ ਹੋ ਗਏ ਸੀ, ਹੁਣ ਵੀ ਇਕੱਠੇ ਹੋ ਸਕਦੇ ਆ, ਇਹਦੇ ਕੋਈ ਉਹ ਨਹੀਂ ਹੈ। ਸਾਡੀ ਜਿਹੜੀ ਲੜਾਈ ਹੈ ਉਹ ਵਿਵਸਥਾ ਪਰਿਵਰਤਨ ਦੀ ਹੈ, ਉਹ ਅਸੀਂ ਲੜਦੇ ਰਹਾਂਗੇ ਔਰ ਇਹਦੇ ਅੰਦਰ ਸਾਡਾ ਇੱਕ ਬਿਲਕੁਲ ਹੋਏਗਾ ਔਰ ਇੱਕ ਦੇ ਨਾਲ ਹੀ ਆਪਾਂ ਅੱਗੇ ਵਧਾਂਗੇ। ਸਹੀ ਡਿਸੀਜਨ ਲੱਗ ਰਿਹਾ ਗੁਰਨਾਮ ਸਿੰਘ ਚੜੂਨੀ ਦੇ ਗਰੁੱਪ ਨੂੰ? ਇਹ ਤੁਹਾਨੂੰ ਲੱਗਦਾ ਕਿ ਦੇਰ ਕਰਦੀ ਜਨਾਬ ਆਤੇ ਆਤੇ? ਨਹੀਂ, ਇਹਨੂੰ ਥੋੜਾ ਜਿਹਾ ਸਮਝਣਾ ਪਏਗਾ। ਥੋੜੀ ਜਿਹੀ ਗੱਲ ਮੇਰਾ ਰਵਿੰਦਰ ਭਾਈ ਜੀ ਜਿਹੜੇ ਗੱਲ ਕਰ ਰਹੇ ਨੇ, ਮੈਂ ਇਹਨਾਂ ਤੋਂ ਸਮਝਣਾ ਚਾਹਾਂਗਾ ਕਿ ਇਹ ਸਰਕਾਰ ਨੇ ਇੱਕ ਗਲਤ ਕਾਨੂੰਨ ਬਣਾਇਆ, ਅਸੀਂ ਅੰਦੋਲਨ ਕਰ ਲਿਆ, ਅਸੀਂ ਵਾਪਸ ਕਰਾਤੇ। ਸਰਕਾਰ ਨੇ ਦੂਜਾ ਕਾਨੂੰਨ ਬਣਾਇਆ, ਅਸੀਂ ਅੰਦੋਲਨ ਕੀਤਾ, ਅਸੀਂ ਵਾਪਸ ਕਰਾ ਲਏ। ਕਿਆ ਜੀਵਨ ਰੇਖਾ ਬਦਲਣ ਵਾਸਤੇ ਆਪਾਂ ਨੂੰ ਕੋਈ ਕਾਨੂੰਨ ਬਣਵਾ ਸਕਦੇ ਆ ਅੰਦੋਲਨ ਦੇ ਰਾਹੀਂ? ਉਹਦੇ ਲਈ ਕਿੱਥੇ ਜਾਣਾ ਪਊਗਾ ਆਪਾਂ ਨੂੰ? ਉਹਦੇ ਬਾਰੇ ਕਿੱਥੇ ਸੋਚਣ ਸਮਝਣਾ ਪਏਗਾ ਆਪਾਂ ਨੂੰ? ਉਹਦੇ ਲਈ ਇੱਕ ਹੀ ਰਸਤਾ ਹੈ, ਉਹ ਹੈ ਸੱਤਾ। ਉਹ ਸੱਤਾ ਦੇ ਜਾ ਕੇ ਕਲਮ ਫੜੀਏ ਤੇ ਉਹ ਕਾਨੂੰਨ ਬਣਵਾਈਏ ਜਿਹੜੀ ਖੇਤੀ ਦੇ ਹੱਕ ਹੋਵੇ, ਜਿਹੜੀ ਦੇਸ਼ ਦੇ ਹੱਕ 'ਚ ਜਾਵੇ, ਜਿਹੜੇ ਨੌਜਵਾਨਾਂ ਦੇ ਹੱਕ 'ਚ ਜਾਵੇ। ਉਹ ਕਾਨੂੰਨ ਬਣਵਾਉਣ ਵਾਸਤੇ ਸਾਡੇ ਵਾਸਤੇ ਇੱਕ ਹੀ ਰਸਤਾ ਹੈ, ਉਹ ਹੈ ਸੱਤਾ। ਨਹੀਂ, ਫਿਰ ਵਿਰੋਧ ਵੀ ਤਾਂ ਹੋਏਗਾ ਬੈਂਸ ਜੀ, ਵਿਰੋਧ ਵੀ ਤਾਂ ਹੋਏਗਾ ਨਾ। ਫਿਰ ਹੁਣ ਤਾਂ ਕਾਂਗਰਸੀ ਜਾਂ ਅਕਾਲੀ, ਆਮ ਆਦਮੀ ਪਾਰਟੀ ਜਾਂ ਕੋਈ ਵੀ ਪਾਰਟੀ ਦਾ ਹੋਵੇ ਉਹ ਤੁਹਾਡੇ ਨਾਲ ਸੀ, ਕਿਸਾਨ ਜਥੇਬੰਦੀਆਂ ਦੇ ਨਾਲ ਸੀ, ਤੇ ਹੁਣ ਜਦੋਂ ਗਰੁੱਪ ਬਣ ਜਾਓਗੇ, ਤੁਸੀਂ ਇੱਕ ਪੋਲੀਟੀਕਲ ਪਾਰਟੀ ਬਣ ਜਾਓਗੇ, ਫਿਰ ਤਾਂ ਤੁਹਾਨੂੰ ਕਿਸਾਨਾਂ ਵਾਲਾ ਸਮਰਥਨ ਮਿਲਣਾ ਉਹਦੇ ਉੱਪਰ ਇੱਕ ਕੁਐਸਚਨ ਮਾਰਕ ਹੈ ਨਾ। ਫਿਰ ਤੁਹਾਨੂੰ ਅਕਾਲੀ ਦਲ ਵਾਲੇ ਕਿਵੇਂ ਸਪੋਰਟ ਕਰਨਗੇ?
ਕਾਂਗਰਸ ਵਾਲੇ ਕਿਵੇਂ ਸਪੋਰਟ ਕਰਨਗੇ, ਆਮ ਆਦਮੀ ਪਾਰਟੀ ਵਾਲੇ ਕਿਵੇਂ ਸਪੋਰਟ ਕਰਨਗੇ? ਆਪਾਂ ਨੂੰ ਬੜੀ ਬਰੀਕੀ ਨਾਲ ਸਮਝਣਾ ਪਏਗਾ ਕੁਝ ਗੱਲਾਂ ਨੂੰ। ਮੇਰਾ ਖਿਆਲ ਮੈਨੂੰ 15 ਤੋਂ 16 ਸਾਲ ਹੋ ਗਏ ਯੂਨੀਅਨ 'ਚ ਕੰਮ ਕਰਦੇ ਨੂੰ ਜੀ, ਪਰ ਆਪਾਂ ਇੱਕ ਕਾਨੂੰਨ ਵੀ ਕਿਸਾਨੀ ਦੇ ਹੱਕ 'ਚ ਨਹੀਂ ਬਣਵਾ ਪਾਏ ਅੱਜ ਤੱਕ। ਕਿਆ ਜਦੋਂ ਦੀ ਯੂਨੀਅਨ ਬਣੀ ਹੈ ਉਹਦੇ ਨਾਲ ਕਿਆ ਕਿਸਾਨੀ ਦਾ ਗ੍ਰਾਫ ਗਿਰਿਆ ਕਿ ਵਧਿਆ? ਮੈਨੂੰ ਕੋਈ ਮੇਰਾ ਮਿੱਤਰ ਦੱਸ ਦੇਵੇ। ਪਰ ਜੇ ਕਾਨੂੰਨ ਬਣਾਣੇ ਨੇ ਤੇ ਸੱਤਾ ਦੇ ਅੰਦਰ ਜਾਣਾ ਪਏਗਾ, ਬੇਸ਼ੱਕ ਕੁਝ ਵੀ ਹੋਵੇ ਆਪਾਂ ਨੂੰ ਉਸ ਰਸਤੇ ਜਾਣਾ ਹੀ ਪਏਗਾ ਜਿਹੜਾ ਕੀਤਾ ਹੋਵੇ। ਆਪਾਂ ਨੂੰ ਗੰਦਗੀ ਸਾਫ਼ ਕਰਨੀ ਹੈ ਵਿਚਕਾਰ। ਨਹੀਂ ਦੇਖੋ, ਪ੍ਰੋਬਲਮ ਇਸ ਦੇ ਵਿੱਚ ਨਹੀਂ ਹੈ ਕਿ ਇਲੈਕਸ਼ਨ ਲੜ ਰਹੇ ਹਨ, ਸਭ ਦੇ ਜ਼ਿਹਨ ਦੇ ਵਿੱਚ ਇਹ ਸਵਾਲ ਜ਼ਰੂਰ ਹੈ ਕਿ ਇਸ ਦੀ ਕੀ ਗਾਰੰਟੀ ਹੈ ਕਿ ਸੱਤਾ ਹਾਸਲ ਕਰਨ ਤੋਂ ਬਾਅਦ ਏਜੰਡੇ ਬਦਲ ਨਹੀਂ ਜਾਣਗੇ, ਉਹ ਸਿਸਟਮ ਦੇ ਵਿੱਚ ਕਿਸਾਨ ਵੀ ਜਾ ਕੇ ਫਸ ਨਹੀਂ ਜਾਣਗੇ ਜਿਸ ਸਿਸਟਮ ਦਾ ਆਪਾਂ ਜ਼ਿਕਰ ਕਰਦੇ ਹਾਂ। ਨਹੀਂ, ਜਿਹੜੇ ਅੰਦੋਲਨਕਾਰੀ ਨੇਤਾ ਨੇ ਜਾਂ ਅੰਦੋਲਨ ਦੇ ਵਿੱਚੋਂ ਉਹ ਕਦੇ ਵੀ ਇਸ ਤਰ੍ਹਾਂ ਦੀ ਗੱਲ ਨਹੀਂ ਕਰਨਗੇ, ਕਿਉਂਕਿ ਆਪ ਦੇਖੀਏ ਰੂਦੂ ਸਿੰਘ ਮਾਨਸਾ ਜੀ ਜਿਹੜੇ ਸਾਡੇ ਨਾਲ ਬੈਠੇ ਨੇ ਜੀ, ਜਿਨ੍ਹਾਂ ਨੂੰ 40 ਸਾਲ ਹੋ ਗਏ, ਕਿਆ ਉਹਨਾਂ ਦੀ ਹੁਣ ਉਮਰ ਹੈ ਕੋਈ ਇਸ ਤਰ੍ਹਾਂ ਦਾ ਕੰਮ ਕਰ ਦੇਣਗੇ ਜਿਹੜਾ ਸੱਤਾ ਦਾ ਦੁਰਉਪਯੋਗ ਹੋ ਜਾਏ? ਕਿਆ ਗੁਰਨਾਮ ਸਿੰਘ ਚੜੂਨੀ ਇਸ ਤਰ੍ਹਾਂ ਦਾ ਕੰਮ ਕਰ ਸਕਦੇ ਨੇ? ਕਿਉਂਕਿ ਇਹਨਾਂ ਨੇ ਇੱਕ ਜੀਵਨ ਜਿਹੜਾ ਹੈ ਆਪਣਾ ਉਸ ਵਿਵਸਥਾ ਦੇ ਖਿਲਾਫ ਲਾਇਆ ਹੈ ਤੇ ਉਹ ਵਿਵਸਥਾ ਦੇ ਜਿਹੜੀ ਹੈ ਗੰਦਗੀ ਦੂਰ ਕਰਨ ਤੇ ਲਾਇਆ ਹੈ। ਉਹ ਗੰਦਗੀ ਦੂਰ ਕਰਨ ਦੇ ਸੱਤਾ ਦੇ ਅੰਦਰ ਵੀ ਜਾਣਗੇ ਤੇ ਗੰਦਗੀ ਦੂਰ ਹੀ ਕਰਨਗੇ। ਮਤਲਬ ਤੁਸੀਂ ਬਹੁਤ ਸ਼ੋਰਟੀ ਦੇ ਨਾਲ ਕਹਿ ਰਹੇ ਹੋ, ਬਹੁਤ ਗਾਰੰਟੀ ਨਾਲ ਕਹਿ ਰਹੇ ਹੋ ਕਿ ਬੇਫਿਕਰ ਰਹੋ, ਕੁਝ ਨਹੀਂ ਅਜਿਹਾ ਹੋਏਗਾ। ਰਜਿੰਦਰ ਜੀ, ਤੁਹਾਨੂੰ ਲੱਗਦਾ ਕਿ ਇਹ ਬਿਲਕੁਲ ਸਹੀ ਟਰੈਕ ਦੇ ਉੱਤੇ ਨੇ? ਗੁਰਨਾਮ ਸਿੰਘ ਚੜੂਨੀ ਦਾ ਧੜਾ ਤਾਂ ਖੇਤੀ ਕਾਨੂੰਨਾਂ ਦੇ ਹੱਲ ਤੋਂ ਪਹਿਲਾਂ ਤੋਂ ਹੀ ਇਲੈਕਸ਼ਨ ਲੜਨ ਦਾ ਬਹੁਤ ਚਾਹਵਾਨ ਸੀ, ਪਾਰਟੀ ਅਨਾਉਂਸ ਕਰ ਦਿੱਤੀ, ਇੱਕ ਕੈਂਡੀਡੇਟ ਵੀ ਉਸ ਸਮੇਂ ਅਨਾਉਂਸ ਕਰ ਦਿੱਤਾ ਸੀ। ਦੇਖੋ, ਉਹਦੇ 'ਚ ਇਹ ਮਾਮਲਾ ਹੈਗਾ ਕਿ ਜਦੋਂ ਅਸੀਂ ਇਹ ਕਹਿੰਦੇ ਆ ਕਿ ਕੀ ਅਸੀਂ ਹਮੇਸ਼ਾ ਅੰਦੋਲਨ ਹੀ ਕਰਦੇ ਰਵਾਂਗੇ, ਸਾਨੂੰ ਕਾਨੂੰਨ ਨਹੀਂ ਬਣਾਉਣੇ ਚਾਹੀਦੇ। ਕਾਨੂੰਨ ਬਣਾਉਣ ਵਾਸਤੇ ਜਿਹੜੀ ਹੈਗੀ ਆ ਉਹ ਸੱਤਾ ਚਾਹੀਦੀ ਆ। ਫਿਰ ਹਰ ਬੰਦਾ ਅੰਦੋਲਨ ਦੀ ਪੌੜੀ ਲਾ ਕੇ ਸੱਤਾ 'ਚ ਕਿਉਂ ਆਉਣਾ ਚਾਹੁੰਦਾ ਹੈਗਾ? ਮਤਲਬ ਅੰਦੋਲਨ ਨੂੰ ਦੇ ਰਾਹੀਂ ਆਪਣੀ ਪਹਿਚਾਣ ਬਣਾਓ, ਫਿਰ ਸੱਤਾ 'ਚ ਜਾਓ। ਸਿੱਧੇ ਸੱਤਾ 'ਚ ਕਿਉਂ ਨਹੀਂ ਆਉਂਦੇਗੇ? ਹਰ ਬੰਦਾ ਕਹਿ ਰਿਹਾ ਕਿ ਜਿਵੇਂ ਅਸੀਂ ਦਿੱਲੀ 700 ਕਿਸਾਨ ਸ਼ਹੀਦ ਕਰਾ ਲਿਆ, ਕਿ ਅਸੀਂ ਹਰ ਵਾਰੀ ਇਹ ਵੀ ਬਹੁਤ ਸਾਰਾ ਨੈਰੇਟਿਵ ਬਣਾਇਆ ਜਾਂਦਾ ਨਾ ਕਿ 700 ਕਿਸਾਨ ਸ਼ਹੀਦ ਕਰਾ ਕੇ ਕੀ ਮਤਲਬ ਜਿਹੜੇ ਖੇਤੀ ਕਾਨੂੰਨ ਆ ਹਰ ਵਾਰ ਰੱਦ ਕਰਾਵਾਂਗੇ। ਇਸ ਮੁਲਕ 'ਚ ਜਿਹੜੇ ਲੱਖਾਂ ਕਿਸਾਨ ਖੁਦਕੁਸ਼ੀਆਂ ਕਰ ਗਏ, ਉਹਦੀ ਕੀ ਪ੍ਰਾਪਤੀ ਰਹੀ? ਇਹਦਾ ਤੁਸੀਂ ਕੱਲ ਨੂੰ ਕੋਈ ਜਲਿਆਂਵਾਲੇ ਬਾਗ ਦੀ ਮੂਵਮੈਂਟ ਬਾਰੇ ਸਵਾਲ ਕਰੇਗਾ, ਕੋਈ ਸਿੱਖ ਹਿਸਟਰੀ ਬਾਰੇ ਸਵਾਲ ਕਰੇਗਾ। ਲੜਾਈਆਂ ਅੰਦੋਲਨ ਦੇ ਰਾਹੀਂ ਜਿੱਤੀਆਂ ਜਾਂਦੀਆਂ ਨੇ ਔਰ ਕੁਰਬਾਨੀਆਂ ਜਿਹੜੀਆਂ ਨੇ ਉਹ ਕੀਤੀਆਂ ਜਾਂਦੀਆਂ ਨੇ। ਜਿਹੜੀ ਇਹ ਮੈਂ ਅੱਗੇ ਕਹਿ ਰਿਹਾ ਸੀਗਾ ਕਿ ਕੋਈ ਪਾਰਟੀ ਸੱਤਾ ਦੇ ਵਿੱਚ ਆ ਕੇ ਜਿਵੇਂ ਪੰਜਾਬ ਤੇ ਹਰਿਆਣੇ ਦੀ ਆਪਸੀ ਵਿਰੋਧਤਾਈਆਂ ਉਭਾਰੀਆਂ ਜਾਂਦੀਆਂ ਸੀ, ਇੱਕ ਦੂਜੇ ਦੇ ਖਿਲਾਫ ਖੜਾ ਕੀਤਾ ਜਾਂਦਾ ਸੀ। 70 ਸਾਲਾਂ 'ਚ ਕੋਈ ਆਪਾਂ ਕਹਿ ਦਈਏ ਵੀ ਜਦੋਂ ਹਰਿਆਣਾ ਬਣਿਆ 70 ਸਾਲ ਚਲੋ ਹਰਿਆਣੇ ਬਣਨ ਨੂੰ ਹੋਏ ਨਹੀਂ, ਜਿੰਨੇ 40-50 ਸਾਲਾਂ ਦੇ ਵਿੱਚ ਪੰਜਾਬ ਤੇ ਹਰਿਆਣੇ ਨੂੰ ਇੱਕ ਦੂਜੇ ਖਿਲਾਫ ਛੱਡਿਆ, ਪਰ ਇਹ ਅੰਦੋਲਨ ਨੇ ਨੇੜੇ ਕੀਤਾ। ਫਿਰ ਕਿਵੇਂ ਕਹਿ ਦਈਏ ਕਿ ਜਿਹੜੀ ਚੋਣਾਂ ਵਾਲੀ ਸਿਆਸਤ ਆ ਉਹ ਵੱਧ ਜਿਹੜੀ ਹੈਗੀ ਆ ਪ੍ਰਭਾਵਸ਼ਾਲੀ ਆ? ਚੋਣਾਂ ਧਰਮ, ਖਿੱਤਾ, ਜਾਤ, ਬੋਲੀਆਂ ਇਹਦੇ ਨਾਮ ਤੇ ਜਿਹੜੀਆਂ ਨੇ ਇਹ ਲੜੀਆਂ ਜਾਂਦੀਆਂ ਨੇ। ਇਸ ਕਰਕੇ ਨਹੀਂ ਦੇਖੋ, ਸਵਾਲ ਇਹ ਹੁੰਦਾ ਨੇ ਕਿ ਏਸੀ ਕਮਰਿਆਂ ਦੇ ਵਿੱਚ ਬੈਠ ਕੇ ਪਾਲਿਸੀਜ਼ ਬਣਦੀਆਂ ਨੇ ਆਮ ਲੋਕਾਂ ਦੇ ਲਈ, ਕਿਸਾਨਾਂ ਦੇ ਲਈ, ਤੇ ਅਸੀਂ ਸੜਕ ਤੇ ਜਾਈਏ, ਪ੍ਰਦਰਸ਼ਨ ਕਰੀਏ ਤੇ ਏਸੀ ਕਮਰੇ ਵਾਲਿਆਂ ਨੂੰ ਜਗਾਈਏ ਕਿ ਨਹੀਂ ਜੀ ਆਹ ਨਹੀਂ ਸਾਡੇ ਲਈ ਠੀਕ, ਆ ਠੀਕ ਹੈ। ਉਸ ਤੋਂ ਜ਼ਿਆਦਾ ਬੈਟਰ ਨਹੀਂ ਕਿ ਇੱਕ ਪੂਰਾ ਵੇ ਅਪਣਾਈਏ ਔਰ ਖੁਦ ਜਾ ਕੇ ਏਸੀ ਕਮਰੇ 'ਚ ਬੈਠ ਜਾਈਏ। ਜਿਹਨਾਂ ਨੂੰ ਪਤਾ ਹੋਵੇ ਗਰਾਊਂਡ ਜ਼ੀਰੋ ਤੇ ਕੀ ਹੋ ਰਿਹਾ, ਉਹ ਜਾ ਕੇ ਏਸੀ ਕਮਰੇ 'ਚ ਬੈਠਣ, ਖੁਦ ਬਣਾਉਣ ਪਾਲਿਸੀ। ਮੈਂ ਸਾਡੇ ਬੜੇ ਸਤਿਕਾਰਯੋਗ ਸਾਥੀ ਨੇ ਰਕੇਸ਼ ਬੈਂਸ ਜੀ, ਮੈਂ ਤਾਂ ਬੈਂਸ ਸਾਹਿਬ ਨੂੰ ਵੀ ਇਹ ਕਹਿਣਾ ਕਿ ਪ੍ਰੋਗਰਾਮ ਤਾਂ ਰੱਖੋ ਨਾ ਕਿ ਪੰਜਾਬ ਦੇ ਵਿੱਚ ਕਿਸਾਨੀ ਸੰਕਟ ਦਾ ਕੀ ਹੱਲ ਆ, ਪ੍ਰੋਗਰਾਮ ਦਿਓ। ਬੇਰੁਜ਼ਗਾਰੀ ਦਾ ਕੀ ਹੱਲ ਆ, ਪ੍ਰੋਗਰਾਮ ਦਿਓ। ਪੰਜਾਬ ਦੇ ਵਿੱਚ ਜਿਹੜਾ ਧਰਮ, ਜਾਤ ਦੇ ਨਾਂ, ਲਿੰਗਿਕ ਤੇ ਜਾਤੀ ਵਿਤਕਰੇ ਹੁੰਦੇ ਆ ਉਹ ਖਤਮ ਕਰਨ ਦੇ ਲਈ ਕੀ ਪ੍ਰੋਗਰਾਮ ਆ, ਉਹ ਪ੍ਰੋਗਰਾਮ ਦਿਓ। ਜਾਓ ਪਾਰਲੀਮੈਂਟ 'ਚ ਵੀ ਸਿਆਸਤ ਕਰੋ, ਸੰਘਰਸ਼ ਵੀ ਕਰੋ, ਪਰ ਬਿਨਾਂ ਪ੍ਰੋਗਰਾਮ ਤੋਂ ਕਿਵੇਂ ਗੱਲ ਸਾਹਮਣੇ ਆ ਜੂਗੀ? ਸਿਰਫ ਇਹ ਕਹਿਣ ਦੇ ਨਾਲ ਵੀ ਕਿਸਾਨ ਸਾਹਮਣੇ ਆ ਜਾਊਗਾ। ਉਹ ਕਿਹੜੇ ਕਿਸਾਨ ਦੀ ਗੱਲ ਕਰਦੇ ਆ? ਇੱਕ 500 ਕਿੱਲੇ ਵਾਲਾ ਕਿਸਾਨ ਵੀ ਆ, ਇੱਕ 5 ਕਿੱਲੇ ਵਾਲਾ ਕਿਸਾਨ ਵੀ ਆ। ਕਿਸਾਨ ਤਾਂ ਆਪਣੇ ਆਪ ਨੂੰ 300 ਤੋਂ ਉੱਪਰ MP ਬੈਠੇ ਲੋਕ ਸਭਾ 'ਚ, ਉਹ ਵੀ ਆਪਣੇ ਆਪ ਨੂੰ ਕਿਸਾਨ ਕਹਿੰਦੇ, ਜਿਹੜੇ ਅਰਬਾਂਪਤੀ ਨੇ। ਇਸ ਕਰਕੇ ਕੋਈ ਪ੍ਰੋਗਰਾਮ ਤਾਂ ਸਪਸ਼ਟ ਹੋਵੇ ਨਾ। ਸਿਰਫ ਪ੍ਰੋਗਰਾਮ ਤੋਂ ਬਿਨਾਂ ਕਹਿਣਾ ਵੀ ਅਸੀਂ ਤਬਦੀਲੀ ਕਰ ਦਾਂਗੇ, ਇਹ ਲੱਗਦਾ ਵੀ ਸ਼ਾਇਦ ਸਿਰਫ MLA। ਬਾਰ-ਬਾਰ ਮੈਂ ਤਾਂ ਫਿਰ ਉਸੇ ਪੁਆਇੰਟ ਤੇ ਆ ਰਿਹਾ। ਮੈਂ ਰੁਲਦੂ ਸਿੰਘ ਮਾਨਸਾ ਜੀ ਤੋਂ ਇਸ ਦਾ ਰਿਐਕਸ਼ਨ ਜ਼ਰੂਰ ਲੈਣਾ ਚਾਹਾਂਗਾ। ਰੁਲਦੂ ਜੀ, ਬਾਰ-ਬਾਰ ਉਸੇ ਪੁਆਇੰਟ ਦੇ ਉੱਤੇ ਆ ਰਿਹਾ। ਮੈਨੂੰ ਲੱਗਦਾ ਕਿ ਤੁਹਾਡੇ ਨਾਲ ਆਉਣ ਨੂੰ ਤਾਂ ਤਿਆਰ ਨੇ, ਪਰ ਬਸ ਤੁਸੀਂ ਦੱਸ ਨਹੀਂ ਰਹੇ ਕਿ ਕਰਨਾ ਕੀ ਹੈ। ਹਾਂ, ਪ੍ਰੋਗਰਾਮ ਮੇਰੇ ਵੱਧ ਪੜ੍ਹੇ ਲਿਖੇ ਨੇ ਸਾਡੇ ਸਾਥੀ ਰਿੰਦਰ ਸਿੰਘ ਜੀ, ਬਹੁਤ ਸਿਆਣੇ ਨੇ, ਜਿਹੜਾ ਇਹਨਾਂ ਦੇ ਵਰਕਰਾਂ ਨੇ ਵੱਧ ਚੜ ਕੇ ਅੰਦਰ ਕੰਮ ਵੀ ਕੀਤਾਗਾ, ਮੋਰਚੇ ਨੂੰ ਸੰਭਾਲਿਆ।
ਜੇ ਪ੍ਰੋਗਰਾਮ ਇਹ ਲਿਖ ਦੇਣ ਅਸੀਂ ਉਸ ਪ੍ਰੋਗਰਾਮ ਤੇ ਕੰਮ ਕਰ ਲਾਂਗੇ। ਤੁਹਾਡੇ ਨਾਲ ਆ ਕੇ ਤਾਂ ਇਹਨਾਂ ਨੂੰ ਤੁਸੀਂ ਪ੍ਰੋਗਰਾਮ ਬਣਾਉਣ ਵਾਲੀ ਯਾਨੀ ਕਿ ਜਿਹੜਾ ਰੋਡ ਮੈਪ ਬਣਾਏਗੀ ਉਸ ਕਮੇਟੀ ਦਾ ਹੈੱਡ ਬਣਾ ਦਿਓ। ਹਾਂ ਲਿਖ ਦੇਣ ਵੀ ਆਪਾਂ ਨੇ ਆਹ ਕਰਨਾ ਹੈ, ਵੀ ਆਹ ਮੰਗਾਂ ਉਹ ਕਰਨੀ ਹੈ, ਸੰਵਿਧਾਨ ਲਿਖਣਾ ਹੈ ਜਾਂ 94 ਮਿੰਟ ਲਿਖਣਾ ਹੈ। ਮੈਂ ਰਜਿੰਦਰ ਨਾਲ ਸਹਿਮਤ ਹਾਂ, ਕੋਈ ਗੱਲ ਨਹੀਂ, ਇਕੱਠੇ ਰਹਾਂਗੇ ਨਾ, ਸਾਡਾ ਕੋਈ ਫਰਕ ਪਵੇ ਆਪ ਚ। ਠੀਕ ਹੈ, ਲਿਖੇ ਨੇ ਤੁਸੀਂ ਤਾਂ ਲਿਖ ਨਹੀਂ ਸਕਦਾ, ਮੈਂ ਤਾਂ ਅਨਪੜ੍ਹ ਜੀ। ਜੇ ਪੜ੍ਹੇ ਲਿਖੇ ਨੇ ਕੋਈ ਵਧੀਆ ਲਿਖ ਦੇਣ ਵੀ ਆਪਾਂ ਇਹ ਪ੍ਰੋਗਰਾਮ ਤੇ ਚੱਲਣਾ ਹੈ, ਮੰਨ ਲਾਂਗੇ ਕੋਈ ਗੱਲ ਨਹੀਂ। ਠੀਕ ਹੈ ਰਜਿੰਦਰ ਜੀ, ਦੇਖੋ ਪੁਆਇੰਟ ਤਾਂ ਫਿਰ ਉਹੀ ਘੁੰਮ ਫਿਰ ਕੇ ਆ ਗਿਆ ਨਾ ਕਿ ਜੇਕਰ ਤੁਹਾਨੂੰ ਲੱਗਦਾ ਕਿ ਕੋਈ ਰੋਡ ਮੈਪ ਨਹੀਂ ਹੈ ਉਹਨਾਂ ਕੋਲ ਜਾਂ ਕੋਈ ਅਜਿਹਾ ਪਲਾਨ ਨਹੀਂ ਹੈ ਤਾਂ ਤੁਸੀਂ ਦੱਸ ਦਿਓ। ਤੁਸੀਂ 4 ਜਾਂ ਆਪਣੇ 10 ਮੈਂਬਰਾਂ ਦੀ ਇੱਕ ਟੀਮ ਬਣਾ ਕੇ ਉਹਨਾਂ ਨੂੰ ਇੱਕ ਰੋਡ ਮੈਪ ਬਣਾ ਕੇ ਦੱਸ ਦਿਓ ਕਿ ਇਹਨਾਂ ਚੀਜ਼ਾਂ ਦੇ ਉੱਤੇ ਕੰਮ ਕਰਨ ਦੀ ਜ਼ਰੂਰਤ ਹੈ ਔਰ ਇਸ ਤਰ੍ਹਾਂ ਕੰਮ ਹੋ ਸਕਦਾ ਹੈ। ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਹ ਕਹਿਣਾ ਚਾਹੁੰਦਾ ਕਿ ਅਸੀਂ ਇਹਨਾਂ ਨੂੰ ਪ੍ਰੋਗਰਾਮ ਦੇ ਦਾਂਗੇ, ਪਰ ਸਾਡੇ ਪ੍ਰੋਗਰਾਮ ਤੇ ਇਹਨਾਂ ਨੇ ਜਿਹੜਾ ਆਉਣਾ ਨਹੀਂਗਾ, ਕਿਉਂਕਿ ਇੱਕ ਚੀਜ਼ ਨਾ ਬੜੀ ਪ੍ਰੈਕਟੀਕਲ ਆ, ਸਾਨੂੰ ਸਮਝਣ ਦੀ ਜ਼ਰੂਰਤ ਆ। ਜਦੋਂ 3 ਖੇਤੀ ਕਾਨੂੰਨ ਆਏ ਤਾਂ ਉਹ 1947 ਤੋਂ ਬਾਅਦ ਪਹਿਲੀ ਵਾਰੀ ਸੀ ਕਿ 3 ਜਿਹੜੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਜਿਹੜੀਆਂ ਸੀ ਉਹ ਇਕੱਠੀਆਂ ਹੋਈਆਂ ਔਰ ਇਹਦੇ ਚ ਅਲੱਗ-ਅਲੱਗ ਲੇਅਰਸ ਨੇ। ਇੱਕ ਕੁਝ ਕਿਸਾਨ ਜਥੇਬੰਦੀਆਂ ਉਹ ਨਹੀਂ ਜਿਹੜੀਆਂ ਛੋਟੇ ਤੇ ਦਰਮਿਆਨੀ ਕਿਸਾਨੀ ਦੀਆਂ ਨੁਮਾਇੰਦਗੀ ਕਰਦੀਆਂ ਨੇ, ਕੁਝ ਜਥੇਬੰਦੀਆਂ ਧਨੀ ਕਿਸਾਨੀ ਦੀ ਨੁਮਾਇੰਦਗੀ ਕਰਦੀਆਂ ਨੇ ਤੇ ਕੁਝ ਜਥੇਬੰਦੀਆਂ ਦੇ ਵਿੱਚ ਨੁਮਾਇੰਦੇ ਜਿਹੜੇ ਨੇ ਉਹਨਾਂ ਦੇ ਆੜਤੀਏ ਵੀ ਹੈਗੇ ਨੇ ਤੇ ਹੋਰ ਲੋਕ ਵੀ ਹੈਗੇ ਨੇ। ਉਹ ਇਹਨਾਂ ਸਾਰਿਆਂ ਨੂੰ 3 ਖੇਤੀ ਕਾਨੂੰਨ ਪ੍ਰਭਾਵਿਤ ਕਰਦੇ ਸੀ, ਇਸ ਕਰਕੇ ਇਕੱਠੇ ਹੋ ਗਏ। ਅੱਜ ਜੇ ਲੈਂਡ ਸੀਲਿੰਗ ਐਕਟ ਦੀ ਗੱਲ ਕਰ ਲਈਏ ਕਿ ਜਿਹੜੀ ਵਾਧੂ ਜ਼ਮੀਨ ਆ ਉਹ ਬੇਜ਼ਮੀਨਿਆਂ ਨੂੰ ਤੇ ਜਿਹੜੇ ਹੈਗੇ ਆ ਘੱਟ ਛੋਟੇ ਕਿਸਾਨ ਉਹਨਾਂ ਨੂੰ ਵੰਡੀ ਜਾਵੇ, ਇਸ ਗੱਲ ਤੇ ਲੈਂਡ ਸੀਲਿੰਗ ਐਕਟ ਲਾਗੂ ਕਰਨ ਵਾਲੀ ਗੱਲ ਪ੍ਰੋਗਰਾਮ 'ਚ ਨਹੀਂ ਲੈ ਕੇ ਆਉਣਗੇ। ਜਿਹੜੇ ਸੈਂਕੜੇ ਕਿੱਲੇ ਵਾਲਾ ਕੋਈ ਕਿਸਾਨ ਆਗੂ ਆ ਉਹ ਕਿੱਦਾਂ ਇਹ ਆਪਣੀ ਪ੍ਰੋਗਰਾਮ ਦੇ ਵਿੱਚ ਲੈ ਆਊਗਾ? ਇਸ ਕਰਕੇ ਬੜੀਆਂ ਸਿਆਸੀ ਪ੍ਰੋਗਰਾਮ ਤੇ ਬੜੀਆਂ ਕੰਟਰਡਿਕਸ਼ਨ ਹੋਣੀਆਂ ਨੇ, ਇਸ ਕਰਕੇ ਅਸੀਂ ਆਪਣਾ ਪ੍ਰੋਗਰਾਮ ਦੇ ਦੇਣਗੇ, ਇਹ ਅਡਾਪਟ ਕਰ ਲੈਂਦੇ। ਇੱਕ ਦੋ ਪੁਆਇੰਟ ਦੱਸ ਦਿਓ ਨਾ ਜਿਹੜਾ ਪੁਆਇੰਟ ਤੁਹਾਨੂੰ ਲੱਗਦਾ ਕਿ ਇਸ ਦੇ ਉੱਤੇ ਸਹਿਮਤੀ ਨਹੀਂ ਬਣਨੀ, ਆਪਾਂ ਹੁਣੀ ਪੁੱਛ ਲੈਂਦੇ ਹਾਂ ਜੇ ਤੁਹਾਡੇ ਜ਼ਿਹਨ ਦੇ ਵਿੱਚ ਕੋਈ ਹੈ ਕਿ ਆਹ ਪੁਆਇੰਟ ਅਸੀਂ ਰੱਖਣਾ ਚਾਹੁੰਦੇ ਹਾਂ, ਇਸ ਤੇ ਸਹਿਮਤੀ ਨਹੀਂ ਬਣਨੀ। ਮੈਂ ਤੁਹਾਨੂੰ ਦੱਸ, ਇੱਕ ਤਾਂ ਮੈਂ ਲੈਂਡ ਸੀਲਿੰਗ ਵਾਲੀ ਐਕਟ ਜਿਹੜੀ ਗੱਲ ਉਹ ਸਪਸ਼ਟ ਕਰਤੀ। ਦੂਸਰਾ ਕਿ ਜਿੰਨੇ ਪ੍ਰਾਈਵੇਟ ਸਕੂਲ ਕਾਲਜ ਯੂਨੀਵਰਸਿਟੀਜ਼ ਨੇ ਉਹਨਾਂ ਸਾਰਿਆਂ ਦਾ ਸਰਕਾਰੀਕਰਨ, ਜਿੰਨੀਆਂ ਪ੍ਰਾਈਵੇਟ ਜਿਹੜੇ ਹਸਪੀਟਲ ਨੇ ਡਿਸਪੈਂਸਰੀਜ਼ ਨੇ ਜਿੰਦੇ ਚ ਕਰੋੜ 5 ਸਟਾਰ ਅੱਜ ਜਿਹੜੇ ਹੈਗੇ ਆ ਹਸਪੀਟਲ ਆ ਗਏ ਜਿੰਦੇ ਚ ਲੱਖਾਂ ਰੁਪਏ ਇਲਾਜ ਤੇ ਲੱਗਦੇ ਆ, ਆਮ ਬੰਦੇ ਇਲਾਜ ਤੋਂ ਬਾਹਰ ਆ, ਆਮ ਬੰਦੇ ਦੀ ਪਹੁੰਚ ਤੋਂ ਬਾਹਰ ਇਲਾਜ, ਕਿ ਉਹ ਸਾਰਿਆਂ ਦਾ ਸਰਕਾਰੀਕਰਨ ਕਰਕੇ ਜਿਹੜਾ ਹੈਗਾ ਮੁਫਤ ਇਲਾਜ ਉਸ ਤਰੀਕੇ ਨਾਲ ਕੀਤਾ ਜਾਊਗਾ। ਤੁਸੀਂ ਕਹਿ ਰਹੇ ਹੋ ਕਿ ਜਿਹੜੇ ਵੱਡੇ ਵੱਡੇ ਅਦਾਰੇ ਪੰਜਾਬ ਦੇ ਵਿੱਚ ਹਸਪੀਟਲਸ ਹੈਗੇ ਨੇ ਉਹ ਸਾਰੇ ਸਰਕਾਰੀ ਅਦਾਰੇ ਬਣਾ ਦਿਓ, ਇਹ ਤੁਹਾਡਾ ਏਜੰਡੇ 'ਚ ਹੋਵੇ। ਨਿੱਜੀਕਰਨ ਦੀ ਮੁਕੰਮਲ ਨੀਤੀ ਬੰਦ ਔਰ ਕਾਰਪੋਰੇਟ ਨੂੰ ਜਿਹੜਾ ਪੰਜਾਬ ਦੇ ਵਿੱਚੋਂ ਬਾਹਰ ਕੱਢਿਆ ਜਾਊਗਾ ਸਾਰੇ ਬਿਜ਼ਨਸ ਤੋਂ, ਤਾਂ ਕਿ ਛੋਟੇ ਦੁਕਾਨਦਾਰ, ਛੋਟੇ ਵਪਾਰੀ ਤੇ ਹੋਰ ਲੋਕ ਜਿਹੜੇ ਆ ਉਹਨਾਂ ਦਾ ਰੁਜ਼ਗਾਰ ਜਿਹੜਾ ਨਾ ਮਰੇ। ਇਹ ਲਿਆਉਣੇ ਪ੍ਰੋਗਰਾਮ ਦੇ ਵਿੱਚ, ਪਰ ਮੈਨੂੰ ਨਹੀਂ ਲੱਗਦਾ ਕਿ ਇਹ ਪ੍ਰੋਗਰਾਮ ਦੇ ਚੀਜ਼ਾਂ ਜਿਹੜੀਆਂ। ਠੀਕ ਹੈ ਰੁਲਦੂ ਜੀ, ਕਮੈਂਟ ਕਰਨਾ ਚਾਹੋਗੇ ਇਸ ਦੇ ਉੱਤੇ? ਨਹੀਂ ਕਮੈਂਟ ਕਰਦੇ, ਜੋ ਗੱਲਾਂ ਕਹੀਆਂ ਸਾਰੀਆਂ ਗੱਲਾਂ ਨਾਲ ਬਾਈ ਰਜਿੰਦਰ ਨਾਲ ਮੈਂ ਸਹਿਮਤ ਹਾਂ। ਮੇਰੀ ਵੀ ਨੀਤੀ ਹੈ ਵੀ ਪੜ੍ਹਾਈ ਫ੍ਰੀ ਚਾਹੀਦੀ ਹੈ, ਇਲਾਜ ਫ੍ਰੀ ਚਾਹੀਦਾ, ਸਿਰਕ ਬੰਦੇ ਦੀ ਪੈਨਸ਼ਨ ਚਾਹੀਦੀ ਹੈ, ਚੌਥੇ ਦਰਜੇ ਮੁਲਾਜ਼ਮ ਜਿੰਨੇ। ਠੀਕ ਹੈ, ਮੈਂ ਸਹਿਮਤ ਹਾਂ। ਜਿੰਨਾ ਜੇ ਸਾਨੂੰ ਲਿਖ ਕੇ ਭੇਜ ਦੇਣਾ, ਮੇਰਾ ਖਿਆਲ ਰਾਜ ਵਾਲ ਵੀ ਇਸ ਗੱਲ ਤੇ ਸਹਿਮਤ ਹੋ ਜਾਊਗਾ, ਨਹੀਂ ਭਜਦਾ। ਮੈਂ ਇੱਕ ਬੇਨਤੀ ਕਰਦਾ, ਪੜ੍ਹੇ ਲਿਖੇ ਨੇ ਸਾਨੂੰ ਭੇਜ ਦੇਣ ਲਿਖ ਕੇ, ਉਹ ਤੇ ਅਸੀਂ ਵਿਚਾਰ ਕਰ ਲਾਂਗੇ। ਹਾਂ ਠੀਕ ਹੈ, ਮੈਂ ਅੱਗੇ ਵਧਦਾ, ਮੈਂ ਅਗਲੇ ਪੁਆਇੰਟ ਤੇ ਜਾਣਾ। ਉਮੀਦ ਹੈ ਕਿ ਤੁਸੀਂ ਇਸ ਡਿਬੇਟ ਤੋਂ ਬਾਅਦ ਵੀ ਆਪਸ 'ਚ ਗੱਲ ਕਰੋਗੇ ਤੇ ਲੋਕਾਂ ਤੱਕ ਪਹੁੰਚੇ ਗੱਲ ਕਿ ਜਿਹੜੇ ਏਜੰਡੇ ਆ, ਜਿਹੜੇ ਪੁਆਇੰਟਸ ਤੇ ਕਹਿ ਰਹੇ ਨੇ ਉਸ ਦੇ ਉੱਤੇ ਗੱਲਬਾਤ ਹੁੰਦੀ ਹੈ ਕਿ ਨਹੀਂ। ਰਾਜਿੰਦਰ ਜੀ, ਹੁਣ ਆਪਣੇ ਕੋਲ ਸਮਾਂ ਐਂਡ ਦੇ ਵਿੱਚ ਬਹੁਤ ਪੂਰਾ ਹੋਏਗਾ। ਸਵਾਲ ਇਹ ਹੈ ਕਿ 15 ਜਨਵਰੀ ਨੂੰ ਇੱਕ ਬੈਠਕ ਐਸਕੇਐਮ ਦੀ ਹੈ, ਜਿਹੜੀਆਂ ਜਥੇਬੰਦੀਆਂ ਚੋਣਾਂ 'ਚ ਉਤਰ ਰਹੀਆਂ ਨੇ, ਕਿ ਉਹ ਵੀ ਉਸ ਦੇ ਵਿੱਚ ਸ਼ਾਮਲ ਹੋਣਗੀਆਂ? ਦੇਖੋ 15 ਜਨਵਰੀ 'ਚ ਹਜੇ ਦਿਨ ਪਏ ਨੇ। ਅਸੀਂ ਜਿਹੜੇ ਸਾਡੇ ਸੱਜਣ ਸੰਯੁਕਤ ਸਮਾਜ ਮੋਰਚਾ ਬਣਾ ਕੇ ਅੱਗੇ ਵਧੇ ਆ ਉਹਨਾਂ ਨੂੰ ਬੇਨਤੀ ਆ ਕਿ ਉਹ ਵਾਪਸ ਆ ਜਾਣ, ਤੇ ਜਿਹੜੇ ਲੋਕ ਇਹਨਾਂ ਦੇ ਉੱਪਰ ਚਿੱਕੜਛਾਲੀ ਕਰ ਰਹੇ ਆ, ਉਹ ਸਾਡੇ ਮੋਰਚੇ ਦਾ ਹਿੱਸਾ ਨੇ, ਉਹ ਚਿੱਕੜਛਾਲੀ ਕਰ ਰਹੇ ਆ ਅਲੱਗ-ਅਲੱਗ ਤਰੀਕਿਆਂ ਨਾਲ, ਉਹਨਾਂ ਨੂੰ ਵੀ ਬੇਨਤੀ ਆ ਕਿ ਸਾਡੇ ਸਾਰੇ ਸਤਿਕਾਰਯੋਗ ਲੋਕ ਹੀ ਨੇ ਜਿਹੜੇ ਚੋਣਾਂ 'ਚ ਗਏ ਨੇ, ਇਹਨਾਂ ਬਾਰੇ ਚਿੱਕੜਛਾਲੀ ਕਰਨੀ ਜਿਹੜੀ ਬੰਦ ਕੀਤੀ ਜਾਵੇ ਔਰ ਸੰਯੁਕਤ ਕਿਸਾਨ ਮੋਰਚੇ ਨੂੰ ਇਕਜੁੱਟ ਜਿਹੜਾ ਰੱਖਿਆ ਜਾਵੇ। ਸਾਡੀ ਕੋਸ਼ਿਸ਼ ਦੋਨਾਂ ਧਿਰਾਂ ਨੂੰ ਜਿਹੜੀ ਹੈਗੀ ਆ ਪਹਿਲਾਂ ਵਾਲੀ ਥਾਂ ਤੇ ਲੈ ਕੇ ਆਉਣਾ ਔਰ ਸੰਯੁਕਤ ਕਿਸਾਨ ਮੋਰਚੇ ਨੂੰ ਇਕਜੁੱਟ ਰੱਖਣ ਵਾਸਤੇ ਅਸੀਂ ਯਤਨਸ਼ੀਲ ਰਹਾਂਗੇ, ਕਿਉਂਕਿ ਲੋਕਾਂ ਨੂੰ ਉਮੀਦ ਦੀ ਕਿਰਨ ਇੱਕ ਸੰਯੁਕਤ ਕਿਸਾਨ ਮੋਰਚਾ ਇਸ ਹਨੇਰੇ ਦੇ ਦੌਰ 'ਚ ਜਾਗਿਆ। ਪੰਜਾਬ ਦਾ ਜਦੋਂ ਪਾਣੀ, ਜਵਾਨੀ, ਕਿਸਾਨੀ ਸਭ ਸੰਕਟ 'ਚ ਆ ਤੇ ਇਸ ਉਮੀਦ ਦੀ ਕਿਰਨ ਨੂੰ ਅਸੀਂ ਜਗਦਾ ਰੱਖਣਾ ਚਾਹੁੰਦੇ ਆ। ਇਸ ਕਰਕੇ ਸਾਡੀ ਕੋਸ਼ਿਸ਼ ਹੋਊਗੀ ਕਿ 15 ਜਨਵਰੀ ਦੀ ਮੀਟਿੰਗ 'ਚ ਇਹ ਸਾਰੇ ਲੋਕ ਹਿੱਸਾ ਬਣਨ ਤੇ ਅਸੀਂ ਉਸੇ ਤਰ੍ਹਾਂ ਜਿਵੇਂ ਸਫਲਤਾ ਹਾਸਲ ਕੀਤੀ। ਠੀਕ ਹੈ, ਮੇਰਾ ਇੱਕ ਹੋਰ ਸਵਾਲ ਹੈ ਇਸੇ ਦੇ ਨਾਲ ਜੁੜਿਆ ਹੋਇਆ। ਅਗਰ ਚੋਣਾਂ ਦੇ ਵਿੱਚ ਜਿੱਤ ਹਾਸਲ ਹੁੰਦੀ ਹੈ, ਮੈਂ ਰੁਲਦੂ ਸਿੰਘ ਮਾਨਸਾ ਜੀ ਤੋਂ ਲੈਣਾ ਹੈ, ਰੁਲਦੂ ਸਿੰਘ ਮਾਨਸਾ ਜੀ ਬਣ ਗਏ ਵਿਧਾਇਕ ਚੋਣਾਂ ਜਿੱਤ ਕੇ, ਤਾਂ ਕੀ ਐਸਕੇਐਮ ਦੀ ਸਟੇਜ ਤੇ ਬੋਲਣ ਦਾ ਮੌਕਾ ਮਿਲੇਗਾ? ਉਹਨਾਂ ਨੂੰ ਇਜਾਜ਼ਤ ਮਿਲੇਗੀ ਐਸਕੇਐਮ ਦੀ? ਪੋਲੀਟੀਕਲ ਲੀਡਰ ਹੋਣਗੇ ਨਾ ਉਸ ਟਾਈਮ।
ਰਜਿੰਦਰ ਜੀ? ਦੇਖੋ ਉਹ ਤਾਂ ਗੱਲ ਦੂਰ ਦੀ ਆ। ਨਹੀਂ, ਲੋਕਾਂ ਨੂੰ ਪਤਾ ਲੱਗੇ ਨਾ ਕਿ ਉਹ ਐਸਕੇਐਮ ਦਾ ਹਿੱਸਾ ਰਹਿਣਗੇ ਕਿ ਨਹੀਂ ਰਹਿਣਗੇ। ਅਸੀਂ ਆਪਣੇ ਇਹਨਾਂ ਸਾਥੀਆਂ ਬਾਰੇ ਕੋਈ ਵੀ ਤਲਖ ਟਿੱਪਣੀ ਨਹੀਂ ਕਰਨਾ ਚਾਹੁੰਦੇ। ਅਸੀਂ ਸੰਯੁਕਤ ਕਿਸਾਨ ਮੋਰਚੇ ਦੀ ਏਕਤਾ ਬਚਾਉਣ ਵਾਸਤੇ ਯਤਨਸ਼ੀਲ ਆ, ਚਿੱਕੜਸ਼ਾਲੀ ਕਰਨ ਵਾਲਿਆਂ ਨੂੰ ਵੀ ਰੋਕ ਰਹੇ ਆ, ਔਰ ਜਿਹੜੇ ਇਸ ਪਾਸੇ ਜਾ ਰਹੇ ਆ ਉਹਨਾਂ ਨੂੰ ਵੀ ਵਾਪਸ ਆਉਣ ਦੀ ਜਿਹੜੀ ਹੈਗੀ ਅਪੀਲ ਕਰ ਰਹੇ ਆ। ਇਸ ਤੋਂ ਵੱਧ ਕੇ ਫਿਲਹਾਲ ਅਸੀਂ ਹੋਰ ਨਹੀਂ ਕੁਝ ਕਹਿਣਾ ਚਾਹੁੰਦੇ। ਠੀਕ ਹੈ, ਰੁਲਦੂ ਸਿੰਘ ਮਾਨਸਾ ਜੀ। ਸਾਰੇ ਸੈਕਸ਼ਨਾਂ ਦੇ ਲੋਕ ਹੈਗੇ ਨੇ, ਸਭ ਬੋਲਦੇ ਗਏ ਨੇ, ਪਰ ਬੋਲਣਾ ਅਸੀਂ ਬੋਲਣ ਕੀ ਰੁਲਦੀ ਤੁਹਾਡੀ ਆਵਾਜ਼ ਕਲੀਅਰ ਨਹੀਂ ਆ ਰਹੀ ਹੈ। ਮੈਂ ਦੁਬਾਰਾ ਕੋਸ਼ਿਸ਼ ਕਰਦਾ ਕਿ ਤੁਹਾਨੂੰ ਦੁਬਾਰਾ ਅਸੀਂ ਜੋੜ ਸਕੀਏ। ਤੁਸੀਂ ਆਪਣੀ ਗੱਲ ਰੱਖਿਓ, ਮੈਂ ਤੁਹਾਡੇ ਕੋਲ ਵਾਪਸ ਆਉਣਾ। ਮੈਂ ਇੱਕ ਵਾਰੀ ਰਾਕੇਸ਼ ਬੈਂਸ ਜੀ ਦਾ ਰੁਖ ਕਰਦਾ। ਰਾਕੇਸ਼ ਬੈਂਸ ਜੀ, ਪ੍ਰੋਗਰਾਮ ਦਾ ਵੀ ਜ਼ਿਕਰ ਹੋ ਰਿਹਾ ਤੇ ਦੂਜੇ ਪਾਸੇ ਐਸਕੇਐਮ ਦੀ ਮਜ਼ਬੂਤੀ ਦਾ ਵੀ ਜ਼ਿਕਰ ਹੋ ਰਿਹਾ ਹੈ। ਹੁਣ ਤੱਕ ਜਥੇਬੰਦੀਆਂ ਬਿਲਕੁਲ ਇਕਜੁੱਟ ਸੀ, ਪਰ ਇਲੈਕਸ਼ਨ ਵਾਲਾ ਪੂਰਾ ਮਾਮਲਾ ਕਿਤੇ ਨਾ ਕਿਤੇ ਕੋਈ ਦਰਾਰ ਪਾ ਸਕਦਾ ਹੈ। ਨਹੀਂ, ਦਰਾਰ ਕੋਈ ਨਹੀਂ ਪਾਏਗਾ, ਕਿਉਂਕਿ ਇਹ ਇਲੈਕਸ਼ਨ ਜਿਹੜਾ ਹੈ ਸੱਤਾ ਪੁੱਕਣ ਵਾਸਤੇ ਨਹੀਂ ਜਾ ਰਿਹਾ ਕੋਈ। ਉਹ ਉਸੇ ਤਰ੍ਹਾਂ ਲੜੇਗਾ ਜਿਸ ਤਰ੍ਹਾਂ ਅੰਦੋਲਨ ਦੇ ਅੰਦਰ ਲੜਦਾ ਰਿਹਾ। ਉਸੇ ਤਰ੍ਹਾਂ ਜਿਹੜੀ ਜਨਤਾ ਦੀ ਆਵਾਜ਼, ਜਿਹੜੀ ਕਿਸਾਨੀ ਦੀ ਆਵਾਜ਼, ਉਸ ਤਰ੍ਹਾਂ ਹੀ ਬੁਲੰਦ ਰੱਖੀ। ਨਹੀਂ ਬੈਂਸ ਸਾਹਿਬ, ਤੁਸੀਂ ਅਲੱਗ ਕਿਵੇਂ ਹੋ ਜਾਓਗੇ? ਲੋਕਾਂ ਨੂੰ ਇਹ ਸਮਝਾਓ ਕਿ ਹੁਣ ਤੱਕ ਐਸਕੇਐਮ ਨੇ ਆਪਣੀ ਸਟੇਜ ਦੇ ਉੱਤੇ ਕਿਸੇ ਸਿਆਸੀ ਪੋਲੀਟੀਕਲ ਪਾਰਟੀ ਦੇ ਲੀਡਰ ਨੂੰ ਚੜ੍ਹ ਕੇ ਸਟੇਜ ਤੇ ਸੰਬੋਧਨ ਨਹੀਂ ਕਰਨ ਦਿੱਤਾ, ਉਹ ਚਾਹੇ ਕਿੰਨਾ ਮਰਜ਼ੀ ਵੱਡਾ ਲੀਡਰ ਹੋਵੇ। ਫਿਰ ਹੁਣ ਕਿਵੇਂ ਫਰਕ ਹੋਏਗਾ? ਇੱਕ ਆਮ ਆਦਮੀ ਪਾਰਟੀ ਤੋਂ ਜਾਂ ਕਾਂਗਰਸ ਤੋਂ ਜਾਂ ਫਿਰ ਅਕਾਲੀ ਦਲ ਬੀਜੇਪੀ ਤੋਂ ਜਿੱਤੇ ਹੋਏ ਵਿਧਾਇਕ ਦੇ ਵਿੱਚ ਤੇ ਇੱਕ ਸੰਯੁਕਤ ਸਮਾਜ ਮੋਰਚੇ ਜਾਂ ਤੁਹਾਡੀ ਜਥੇਬੰਦੀ ਤੋਂ ਜਿੱਤੇ ਹੋਏ ਵਿਧਾਇਕ ਦੇ ਵਿੱਚ ਜੇ ਜਿੱਤ ਹਾਸਲ ਹੁੰਦੀ ਹੈ? ਦੇਖੋ, ਪਹਿਲੀ ਗੱਲ ਤਾਂ ਮੈਂ ਆਪਣੇ ਵੀਰ ਨੂੰ ਇਹੀ ਪੁੱਛਣਾ ਚਾਹੁੰਦਾ, ਰਜਿੰਦਰ ਜੀ ਨੂੰ, ਮੰਨ ਲਓ ਅਸੀਂ ਹਾਰ ਜਾਂਦੇ ਹਾਂ, ਸਾਰੀ ਗੱਲਾਂ ਅਸੀਂ ਛੱਡ ਕੇ ਵਾਪਸ ਆ ਜਾਂਦੇ ਹਾਂ, ਜਿਹੜੀ ਗੱਲਾਂ ਜਿਹੜੇ ਮੇਰੇ ਵੀਰ ਕਹਿ ਰਹੇ ਨੇ, ਕਿਆ ਉਹ ਲਾਗੂ ਹੋ ਜਾਣਗੀਆਂ? ਕਿਆ ਨਿੱਜੀਕਰਨ ਹੋ ਜਾਏਗਾ? ਕਿਆ ਆਪਾਂ ਹਸਪਤਾਲ ਫ੍ਰੀ ਕਰਵਾ ਦਾਂਗੇ? ਬਈ ਲੜਨਾ ਤੇ ਪਏਗਾ, ਲੜਨਾ ਸੱਤਾ ਦੇ ਅੰਦਰ ਵੀ ਪਏਗਾ, ਲੜਨਾ ਸੱਤਾ ਤੋਂ ਬਾਹਰ ਵੀ ਪਏਗਾ। ਠੀਕ ਹੈ, ਕੋਈ ਉਹ ਨਹੀਂ ਹੈ ਵੈਲਿਡ ਪੁਆਇੰਟ ਹੈ। ਆਪਾਂ ਲੜਨਾ ਨਹੀਂ ਛੱਡ ਦਿਆਂਗੇ। ਠੀਕ ਹੈ, ਪਰ ਜਿਹੜੀ ਗੱਲ ਆਪ ਕਹਿ ਰਹੇ ਹੋ ਕਿ ਮੋਰਚੇ ਦਾ ਜਿਹੜੀ ਸਟੇਜ ਦੀ ਗੱਲ ਕਰ ਰਹੇ ਹੋ ਜੀ, ਦੇਖੋ ਸਾਡੀ ਲੜਾਈ ਹੈ, ਦਸਤੂਰ ਹੀ ਰਹੇਗੀ। ਮੈਂ ਬਾਰ-ਬਾਰ ਇੱਕ ਗੱਲ ਨੂੰ ਰਿਪੀਟ ਕਰ ਰਿਹਾ, ਕਿਉਂਕਿ ਅੰਦੋਲਨ ਲੜਨ ਵਾਲੇ ਸਾਥੀ ਨੇ ਕੋਈ ਐਸ ਪੜੋਸੀ ਵਾਲੇ ਸਾਥੀ ਨਹੀਂ ਹੈਗੇ ਜਿਹੜੇ ਮੰਤਰੀ ਜਿਸ ਤਰ੍ਹਾਂ ਦੇ ਹਰਕਤਾਂ ਕਰਦੇ ਨੇ ਉਸ ਤਰ੍ਹਾਂ ਕੋਈ ਸਾਥੀ ਨਹੀਂ ਹੈਗਾ। ਨਹੀਂ ਬੈਂਸ ਜੀ, ਤੁਸੀਂ ਵੀ ਇਸ ਚੀਜ਼ ਨੂੰ ਸਮਝੋ ਕਿ ਜਦੋਂ ਕੋਈ ਪੋਲੀਟੀਕਲ ਲੀਡਰ ਕੋਈ ਸਟੇਟਮੈਂਟ ਦਿੰਦਾ ਨਾ, ਉਸ ਦੇ ਉੱਪਰ ਕੁਐਸਚਨ ਮਾਰਕ ਹੁੰਦਾ ਹੈ। ਹੁਣ ਤੁਸੀਂ ਬਤੌਰ ਕਿਸਾਨ ਲੀਡਰ ਕਿਸੇ ਸਟੇਜ ਦੇ ਉੱਤੇ ਖੜ ਕੇ ਕੁਝ ਕਹਿ ਦਿੱਤਾ, ਲੋਕਾਂ ਨੂੰ ਲੱਗਿਆ ਕਿ ਨਹੀਂ ਇਹਨਾਂ ਦਾ ਕੋਈ ਨਿੱਜੀ ਮਫਾਦ ਨਹੀਂ ਹੈ, ਇਹ ਤਾਂ ਸਾਡੇ ਲਈ ਖੜੇ ਨੇ, ਇਸ ਕਰਕੇ ਗੱਲ ਸੱਚੀ ਕਹਿ ਰਹੇ ਨੇ। ਹੁਣ ਜਦੋਂ ਤੁਸੀਂ ਵੋਟਾਂ ਵਾਲੇ ਪਾਸੇ ਨੂੰ ਜਾ ਕੇ ਕੋਈ ਸਟੇਟਮੈਂਟ ਦੇਵੋਗੇ ਤਾਂ ਫਿਰ ਲੋਕਾਂ ਨੇ ਉਹਦੇ ਉੱਪਰ ਸੋਚਣਾ ਹੈ ਕਿ ਇਹ ਆਪਣੀਆਂ ਵੋਟਾਂ ਦੇ ਲਈ ਬੋਲ ਰਿਹਾ ਹੈ ਜਾਂ ਸਾਡੇ ਲਈ ਬੋਲ ਰਿਹਾ ਹੈ। ਤਾਂ ਇਸ ਕਰਕੇ ਮੈਂ ਤਾਂ ਸਵਾਲ ਚੁੱਕ ਰਿਹਾ ਕਿ ਉਸ ਸਟੇਜ ਤੋਂ ਤੁਹਾਨੂੰ ਬੋਲਣ ਦਾ ਮੌਕਾ ਮਿਲੇਗਾ ਜਾਂ ਨਹੀਂ ਮਿਲੇਗਾ, ਉਹਦੇ ਉੱਪਰ ਵੀ ਕੁਐਸਚਨ ਮਾਰਕ ਹੈ। ਮੈਨੂੰ ਬੜੇ ਦੁੱਖ ਦੇ ਨਾਲ ਕਹਿਣਾ ਪੈ ਰਿਹਾ ਹੈ ਕਿ ਸਾਡੀ ਲੜਾਈ ਜਿਹੜੀ ਹੈ, ਜਿਹਨੂੰ ਕਿਆ ਇਹ ਸੱਤਾ ਕੇਵਲ ਉਹਨਾਂ ਵਾਸਤੇ ਰਹੇਗੀ, ਪਾਰਟੀਆਂ ਵਾਸਤੇ? ਕਿਆ ਸੱਤਾ ਵਿੱਚ ਕਿਸਾਨ ਨਹੀਂ ਆ ਸਕਦਾ? ਪਰ ਮੈਨੂੰ ਬੜੀ ਗੱਲ ਇਸ ਪੱਖੋਂ ਲੱਗਦੀ ਹੈ ਕਿ ਸਾਡੇ ਸਾਥੀ ਸਾਡੇ ਤੋਂ ਸਵਾਲ ਉਠਾਉਣਾ ਸ਼ੁਰੂ ਕਰ ਦਿੰਦੇ ਨੇ ਜਦੋਂ ਅਸੀਂ ਚੁਣਾਵ ਦੀ ਤਰਫ। ਠੀਕ ਹੈ, ਚਲੋ ਮੈਨੂੰ ਜਵਾਬ ਲੈਣ ਤੋਂ ਤੁਹਾਡਾ ਪੁਆਇੰਟ ਆ ਗਿਆ, ਪਰ ਗੱਲ ਇਹ ਨੇ ਕਿ ਜਿਹੜੇ ਹੁਣ ਵੀ ਸਿਆਸੀ ਲੀਡਰ ਹੈਗੇ ਨੇ ਉਹਨਾਂ ਦੇ ਵਿੱਚੋਂ 70-80% ਕਹਿੰਦੇ ਨੇ ਕਿ ਮੈਂ ਵੀ ਕਿਸਾਨ ਪਰਿਵਾਰ ਤੋਂ ਹਾਂ। ਇਹ ਵੀ ਸੱਚ ਹੈ। ਰਜਿੰਦਰ ਜੀ, ਇੱਕ ਛੋਟਾ ਜਿਹਾ ਕਮੈਂਟ, ਉਸ ਤੋਂ ਬਾਅਦ ਰੁਲਦੂ ਜੀ ਸਾਡੇ ਨਾਲ ਜੁੜ ਚੁੱਕੇ ਨੇ, ਦੁਬਾਰਾ ਮੈਂ ਉਹਨਾਂ ਦਾ ਰੁਖ ਕਰਾਂਗਾ। ਦੇਖੋ, ਬੜਾ ਵੈਲਿਡ ਪੁਆਇੰਟ ਹੈ ਬੈਂਸ ਸਾਹਿਬ ਦਾ, ਰਜਿੰਦਰ ਜੀ, ਕਿ ਤੁਸੀਂ ਕਹਿ ਰਹੇ ਹੋ ਕਿ ਪ੍ਰਾਈਵੇਟਾਈਜੇਸ਼ਨ ਵਾਲੇ ਪਾਸੇ ਅਸੀਂ ਨਹੀਂ ਜਾਣਾ, ਉਸ ਨੂੰ ਬਿਲਕੁਲ ਨਿਲ ਕਰ ਦੇਵੋ, ਉਹ ਏਜੰਡਾ ਲੈ ਕੇ ਤੁਰੋ। ਜੇ ਹੁਣ ਤੁਸੀਂ ਨਹੀਂ ਇਲੈਕਸ਼ਨ 'ਚ ਜਾ ਰਹੇ ਔਰ ਉਹ ਪ੍ਰਾਈਵੇਟਾਈਜੇਸ਼ਨ ਨੂੰ ਖਤਮ ਕਰਨ ਵਾਲੇ ਪਾਸੇ ਕੋਈ ਕਦਮ ਨਹੀਂ ਵੱਧ ਰਿਹਾ, ਫਿਰ ਵੀ ਹੱਥ ਤਾਂ ਕੁਝ ਨਹੀਂ ਆਇਆ। ਦੇਖੋ, ਸਾਡੇ ਇਸ ਕਿਸਾਨ ਅੰਦੋਲਨ ਤੋਂ ਪ੍ਰਭਾਵਿਤ ਹੋ ਕੇ ਕੱਲ ਦੀ ਗੱਲ ਹੀ ਆ ਕਿ ਪੰਜਾਬ ਦੇ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ ਨਾਮ ਦੀ ਇੱਕ ਵਿਦਿਆਰਥੀ ਜਥੇਬੰਦੀ ਹੈ, ਜਿੰਦੇ 'ਚ ਮੈਂ ਵੀ ਲੰਬਾ ਸਮਾਂ ਕੰਮ ਕੀਤਾ। ਉਹਨੇ ਇੱਕ ਸੰਘਰਸ਼ ਵਿੱਢਿਆ ਸੀ ਕਿ ਪਬਲਿਕ ਕਾਲਜ ਸਮਾਨਾਂ ਨੂੰ ਸਰਕਾਰੀ ਕਰੋ, ਔਰ ਉਹਨਾਂ ਨੇ ਪੰਜਾਬ ਸਰਕਾਰ ਨੂੰ ਮਜਬੂਰ ਕਰਤਾ ਉਹ ਕਾਲਜ ਨੂੰ ਸਰਕਾਰੀ ਕਰਵਾਉਣ ਦੇ ਵਿੱਚ। ਠੀਕ ਹੈ, ਪੰਜਾਬੀ ਯੂਨੀਵਰਸਿਟੀ ਪਟਿਆਲਾ ਜਿਹੜੀ ਬਹੁਤ ਜ਼ਿਆਦਾ ਕਰਜ਼ੇ ਹੇਠ ਸੀ, ਪਹਿਲੀ ਵਾਰੀ ਆ ਕਿ ਪਿਛਲੇ 20 ਸਾਲਾਂ 'ਚ ਜਿਹੜੀ ਗ੍ਰਾਂਟ ਉਹਦੀ ਲਗਾਤਾਰ ਕੱਟੀ ਜਾ ਰਹੀ ਸੀ, ਪੰਜਾਬ ਸਰਕਾਰ ਮਜਬੂਰ ਹੋਈ ਆ 150 ਕਰੋੜ ਰੁਪਇਆ ਜਿਹੜਾ ਉਹਦਾ ਸਾਰਾ ਕਰਜ਼ਾ ਸੀ ਉਹ ਲਾਉਣ ਵਾਸਤੇ। ਸਾਡਾ ਅੰਦੋਲਨ ਦੂਜੇ ਤਬਕਿਆਂ ਨੂੰ ਵੀ ਪ੍ਰੇਰਿਤ ਕਰ ਰਿਹਾ ਸੀ ਕਿ ਨਿੱਜੀਕਰਨ ਦੇ ਖਿਲਾਫ ਉਹ ਲੜਨ, ਸਿਹਤ ਸਹੂਲਤਾਂ ਦੇ ਜਿਹੜੀ ਨਿੱਜੀਕਰਨ, ਸਿੱਖਿਆ ਸਹੂਲਤਾਂ ਜਿਹੜੀਆਂ ਨਿੱਜੀਕਰਨ ਨੇ। ਜਿੱਥੋਂ ਤੱਕ ਸਿਆਸੀ ਤਬਦੀਲੀ ਦਾ ਸਵਾਲ ਆ, ਮੋਰਚਾ ਚੱਲ ਰਿਹਾ ਸੀ ਤੇ ਚੜੂਨੀ ਸਾਹਿਬ ਨੇ ਚੱਲਦੇ ਮੋਰਚੇ 'ਚ ਦੇ ਵਿੱਚ ਪੰਜਾਬ 'ਚ ਚੋਣਾਂ ਲੜਨ ਦਾ ਜਿਹੜਾ ਐਲਾਨ ਕਰਤਾ। ਫਿਰ ਜਦੋਂ ਸਸਪੈਂਡ ਹੋਏ ਫਿਰ ਕਿਹਾ ਵੀ ਨਹੀਂ ਲੜਾਂਗੇ, ਉਸ ਤੋਂ ਵਾਪਸ ਆਵਾਂਗੇ, ਫਿਰ ਉਸੇ ਤਰ੍ਹਾਂ ਹੋ ਗਿਆ। ਉਸੇ ਤਰ੍ਹਾਂ ਹੀ ਬਹੁਤ ਕਾਹਲੀ ਦੇ ਵਿੱਚ ਹੀ ਜਿਹੜਾ ਸੀਗਾ ਪੰਜਾਬ ਦੀਆਂ ਅਸੀਂ ਇੱਕ ਵਾਰ ਨਹੀਂ ਕਿਹਾ ਨਹੀਂ ਲੜਾਂਗੇ, ਅਸੀਂ ਕਿਹਾ ਅਸੀਂ ਕਾਇਮ ਆ
ਆਪਣੀ ਮੈਨੂੰ ਸਥਿਤੀ ਗੱਲ ਤੇ ਕਹਿਣ ਕਾਇਮ ਆ। ਦਿਓ ਜੀ, ਮੈਨੂੰ ਗੱਲ ਕਹਿਣ ਠੀਕ ਹੈ, ਦਿਓ। ਮੈਂ ਰੁੰਦੂ ਜੀ ਦਾ ਵੀ ਰੁਕ ਕਰਨਾ ਹਾਂ, ਹੈ, ਸਮਾਂ ਮੇਰੇ ਕੋਲ ਖਤਮ ਬੜੇ ਹੋ ਚੱਲਿਆ। ਬੈਂਸ ਚਲੋ ਬੈਂਸ ਸਾਹਿਬ ਜਿਹੜੇ ਕਹਿ ਰਹੇ ਵੀ ਅਸੀਂ ਨਹੀਂ ਕਿਹਾ ਸੀਗਾ, ਪਰ ਉਹ ਜਿਹੜੀ ਕਮੇਟੀ ਬਣੀ ਸੀ ਉਹਦੇ ਕੋਲੇ ਚੜੂਲੀ ਸਾਹਿਬ ਨੇ ਕਿਹਾ ਵੀ ਅਸੀਂ ਜਿਹੜਾ ਪਿੱਛੇ ਹਟਾਂਗੇ। ਚਲੋ ਇਸ ਮਾਮਲੇ ਤੇ ਹੋਰ ਤਰ੍ਹਾਂ ਸਮਝ ਸਕਦੇ, ਮੈਂ ਹੋਰ ਤਰ੍ਹਾਂ ਸਮਝ ਸਕਦਾ, ਪਰ ਅਸੀਂ ਇਹ ਕਹਿ ਰਹੇ ਹਾਂ ਕਿ ਸਿਆਸਤ ਨੂੰ ਕਿਵੇਂ ਤਬਦੀਲ ਕਰਨਾ। ਜਿਵੇਂ ਅਸੀਂ ਰਿੜਕਿਆ ਕਿ ਖੇਤੀ ਕਾਨੂੰਨ ਕਿਵੇਂ ਰੱਦ ਕਰਾਉਣੇ ਆ, ਹਰ ਉਹਦੇ ਦਾ ਪੇਚ ਨੂੰ ਰਿੜਕਿਆ ਔਰ ਮੂਵਮੈਂਟ ਨੂੰ ਅੱਗੇ ਵਧਾਇਆ। ਜੇ ਸਿਆਸੀ ਤਬਦੀਲੀ ਚਾਹੀਦੀ ਆ, ਆਓ ਲੰਮੀ ਚਰਚਾ ਕਰੀਏ। ਸਿਆਸੀ ਬਦਲ ਕੀ ਹੋ ਸਕਦਾ? ਸਿਰਫ ਚੋਣਾਂ ਚਿੱਕੇ ਦਾ ਮੁੱਤਰ ਨਾਲ ਸਿਆਸੀ ਬਦਲ ਨਹੀਂ ਠੀਕ ਹੈ, ਹੋਣਾ। ਮਤਲਬ ਤੁਸੀਂ ਕਹਿ ਰਹੇ ਹੋ ਕਿ ਪਲੈਨਿੰਗ ਚਾਹੀਦੀ ਹੈ ਪੂਰੀ। ਰੁਲਦੂ ਸਿੰਘ ਮਾਨਸਾ ਜੀ, ਇੱਕ ਤੁਹਾਡੀ ਫਾਈਨਲ ਸਟੇਟਮੈਂਟ। ਤੁਸੀਂ ਪਹਿਲਾਂ ਕੁਝ ਕਹਿ ਰਹੇ ਸੀ, ਆਵਾਜ਼ ਕਲੀਅਰ ਨਹੀਂ ਆ ਰਹੀ ਸੀ। ਰੁਲਦੂ ਜੀ। ਮੈਂ ਬਾਈ ਸਹਿਮਤ ਹਾਂ ਸਾਰੀ ਗੱਲ, ਮੈਂ ਸਾਰੀਆਂ ਗੱਲਾਂ ਸਮਝਦਾ। ਜੇ ਦੇਸ਼ ਦੇ ਵਿੱਚ ਵੱਡੀ ਤਬਦੀਲੀ ਕਰਨੀ ਹੈ ਨਾ ਜੀ, ਉਹਨੂੰ ਤਬਦੀਲੀ ਕਰਨੀ ਹੈ, ਜਿੰਨੀ ਫੌਜ ਹੈ, ਪੁਲਿਸ ਹੈ, ਉਹ ਬਰਾਬਰ ਤੇ ਸਾਨੂੰ ਉਹ ਸਾਰਾ ਕੁਝ ਤਿਆਰ ਕਰਨਾ ਪਊਗਾ। ਮੈਂ ਸਮਝਦਾ ਸਾਰੀ ਗੱਲ ਨੂੰ, ਠੀਕ ਹੈ, ਪਰ ਅਸੀਂ ਹਥਿਆਰਬੰਦ ਘੋਲ ਕਰਨੀ ਤੁਰੀਏ ਕਿ ਜਾਂ ਅਸੀਂ ਵੋਟਾਂ ਕਰਨੀ ਤੁਰੀਏ, ਉਧਰ ਦੀ ਤਬਦੀਲੀ ਕਰ ਲਈਏ। ਮਤਲਬ ਮੈਂ ਸਾਰੀ ਗੱਲ ਨੂੰ ਸਮਝਦਾ, ਉਧਰ ਦੀ ਤੁਰਨ ਨਾਲ ਛੇਤੀ ਹੋ ਸਕਦਾ ਕਿ ਇੱਧਰ ਹੀ ਤੁਰਨਾ। ਪਹਿਲਾਂ ਇੱਧਰ ਦੀ ਤੁਰ ਕੇ ਦੇਖ ਲਈਏ, ਫਿਰ ਉਧਰ ਦੀ ਫੇਰ ਦੇਖ ਲਾਂਗੇ। ਸਾਰੀ ਗੱਲ ਮੈਂ ਸਮਝਦਾ। ਇਸ ਨੂੰ ਪੱਕੀ ਤਬਦੀਲੀ ਉਦੋਂ ਆਊਗੀ ਜਿੱਦੇ ਸਾਡੇ ਕੋਲੇ ਭਾਰਤ ਸਰਕਾਰ ਦੇ ਮੁਕਾਬਲੇ ਦੀ ਫੌਜ ਹੋਊਗੀ। ਤੇਰੀ ਗੱਲ ਮੈਂ ਸਹਿਮਤ ਹਾਂ। ਠੀਕ ਹੈ, ਚਲੋ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ ਸਾਡੇ ਨਾਲ ਜੁੜਨ ਦੇ ਲਈ, ਇਸ ਚਰਚਾ ਦੇ ਵਿੱਚ ਸ਼ਾਮਲ ਹੋਣ ਦੇ ਲਈ। ਇਸ ਚਰਚਾ ਦੇ ਵਿੱਚ ਆਖਿਰ ਦੇ ਵਿੱਚ ਜੋ ਅਸੀਂ ਕਨਕਲੂਜਨ ਦੇ ਉੱਤੇ ਪਹੁੰਚੇ, ਹਾਲਾਂਕਿ ਜਿਹੜੀਆਂ ਡਿਬੇਟਸ ਹੁੰਦੀਆਂ ਕਨਕਲੂਜਨ ਦੇ ਉੱਤੇ ਘੱਟ ਪਹੁੰਚਦੀਆਂ ਨੇ। ਹੁਣ ਜਿਹੜੇ ਵਿਰੋਧ ਕਰ ਰਹੇ ਨੇ ਇਲੈਕਸ਼ਨ ਦੇ ਵਿੱਚ ਉਤਰਨ ਦਾ, ਰਜਿੰਦਰ ਸਿੰਘ, ਦੀਪ ਸਿੰਘ ਵਾਲਾ ਜੀ ਵੀ ਉਹਨਾਂ ਦੇ ਵਿੱਚ ਇੱਕ ਨੇ। ਇਹ ਲੱਗ ਰਿਹਾ ਕਿ ਇਹ ਕਹਿ ਰਹੇ ਨੇ ਕਿ ਮੋਰਚਾ ਲਗਾਓ ਤੇ ਕੰਮ ਕਰਵਾਓ, ਜਦਕਿ ਜਿਹੜੇ ਸੱਤਾ ਦੇ ਲਈ ਉਤਰੇ ਨੇ ਚੋਣ ਦੇ ਮੈਦਾਨ ਦੇ ਵਿੱਚ, ਉਹਨਾਂ ਨੂੰ ਲੱਗ ਰਿਹਾ ਸੱਤਾ ਹਾਸਲ ਕਰੋ ਤੇ ਫਿਰ ਕੰਮ ਕਰੋ। ਇਨ ਦੋਵਾਂ ਦੇ ਵਿੱਚ ਫਰਕ ਬਹੁਤ ਲੰਬਾ ਚੌੜਾ ਹੈ। ਪਰ ਇਹ ਵੀ ਕਿਹਾ ਜਾਂਦਾ ਕਿ ਜਦੋਂ ਪੋਲੀਟੀਕਲ ਪਾਰਟੀ ਕੋਈ ਬਣ ਜਾਂਦੀ ਹੈ ਤਾਂ ਫਿਰ ਉਸ ਤੋਂ ਬਾਅਦ ਉਹਨਾਂ ਦੇ ਏਜੰਡੇ ਚੇਂਜ ਹੋ ਜਾਂਦੇ ਨੇ। ਸਿਆਸਤ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਦੇ ਨਫੇ ਨੁਕਸਾਨ ਦੇਖਣੇ ਪੈਂਦੇ ਨੇ ਤੇ ਉਸ ਤੋਂ ਬਾਅਦ ਹੀ ਅੱਗੇ ਕਦਮ ਵਧਾਉਣੇ ਪੈਂਦੇ ਨੇ। ਸਿਆਸੀ ਜੋੜ ਘਟੋ ਸਭ ਤੋਂ ਪਹਿਲਾਂ ਦੇਖਣਾ ਪੈਂਦਾ ਹੈ। ਖੈਰ, ਦੇਖਾਂਗੇ ਕਿ ਹੁਣ ਕਿਸਾਨ ਜੋ ਨਵੇਂ ਬਣੇ ਨੇ, ਸਿਆਸਤਦਾਨ, ਉਹਨਾਂ ਦਾ ਅੱਗੇ ਦਾ ਰੋਡ ਮੈਪ ਕੀ ਰਹਿੰਦਾ ਹੈ, ਕਿ ਵਾਕਈ ਉਹਨਾਂ ਦੇ ਵੱਲੋਂ ਕੋਈ ਪੰਜਾਬ ਦੇ ਲੋਕਾਂ ਦੇ ਸਾਹਮਣੇ ਰੋਡ ਮੈਪ ਰੱਖਿਆ ਜਾਂਦਾ ਹੈ ਕਿ ਜੇ ਉਹਨਾਂ ਦੇ ਹੱਥ ਦੇ ਵਿੱਚ ਸੱਤਾ ਆਈ ਤਾਂ ਉਹ ਕੀ ਕਰਨਗੇ। ਉਸ ਦੇ ਉੱਤੇ ਵੀ ਨਜ਼ਰ ਰਹੇਗੀ। ਪ੍ਰਾਈਮ ਟਾਈਮ 'ਚ ਅੱਜ ਦੇ ਲਈ ਇਹਨਾਂ